स्वागत है पीटीसी न्यूज़ ਦੇ ਵਿੱਚ ਸਾਰੇ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ ਵਿਚਾਰ ਤਕਰਾਰ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹਾਂ। ਨਾਗਰਿਕਤਾ ਸੋਧ ਐਕਟ ਨੂੰ ਲੈ ਕੇ ਪੂਰੇ ਮੁਲਕ ਦੇ ਵਿੱਚ ਵਿਰੋਧ ਪ੍ਰਦਰਸ਼ਨ ਚੱਲ ਰਹੇ ਨੇ ਔਰ ਦੋ ਹਿੱਸਿਆਂ ਦੇ ਵਿੱਚ ਕਹਿ ਲਿਆ ਜਾਵੇ ਕਿ ਭਾਰਤ ਵੰਡਿਆ ਗਿਆ ਤਾਂ ਕੋਈ ਇਸ ਦੇ ਵਿੱਚ ਅਤਕਥਨੀ ਨਹੀਂ ਹੋਵੇਗੀ। ਇੱਕ ਧੜਾ ਉਹ ਹੈ ਜੋ ਇਸ ਬਿੱਲ ਦਾ ਸਮਰਥਨ ਕਰਦਾ ਹੈ, ਇਸ ਐਕਟ ਦਾ ਸਮਰਥਨ ਕਰਦਾ ਹੈ ਔਰ ਖਾਸ ਤੌਰ ਤੇ ਉਹ ਭਾਈਚਾਰਾ ਵੀ ਇਸ ਐਕਟ ਦਾ ਸਮਰਥਨ ਕਰਦਾ ਹੈ ਜਿਸ ਨੂੰ ਇਸ ਦਾ ਫਾਇਦਾ ਹੋਣ ਵਾਲਾ ਹੈ ਔਰ ਜਿਸ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ। 30 40 ਸਾਲ ਹੋ ਗਏ ਨੇ ਉਹਨਾਂ ਲੋਕਾਂ ਨੂੰ ਇੱਥੇ ਵਸਦਿਆਂ ਹੋਇਆ ਜਿਨ੍ਹਾਂ ਨੂੰ ਨਾਗਰਿਕਤਾ ਦਾ ਅਧਿਕਾਰ ਨਹੀਂ ਸੀ, ਜਿਨ੍ਹਾਂ ਦੇ ਵਿੱਚ ਅਫਗਾਨੀ ਸਿੱਖਾਂ ਦਾ ਵੀ ਇੱਕ ਵੱਡਾ ਤਬਕਾ ਹੈਗਾ ਜੋ ਇਸ ਨੂੰ ਕਹਿ ਰਹੇ ਨੇ ਕਿ ਬਹੁਤ ਵਧੀਆ, ਪਰ ਉਹ ਵੀ ਇਹ ਕਹਿ ਰਹੇ ਨੇ ਕਿ ਇਸ ਦੇ ਵਿੱਚ ਕਿਸੇ ਵੀ ਇੱਕ ਤਬਕੇ ਨੂੰ ਬਾਹਰ ਨਹੀਂ ਨਿਕਾਲਣਾ ਚਾਹੀਦਾ। ਉਹਨਾਂ ਦਾ ਸਿੱਧਾ ਇਸ਼ਾਰਾ ਕਿ ਮੁਸਲਿਮ ਭਾਈਚਾਰੇ ਨੂੰ ਵੀ ਇਸ ਦੇ ਵਿੱਚ ਸ਼ਾਮਲ ਕਰ ਲੈਣਾ ਚਾਹੀਦਾ। ਦੂਜੇ ਪਾਸੇ ਇੱਕ ਉਹ ਧੜਾ ਹੈ ਜਿਹੜਾ ਸੜਕਾਂ ਤੇ ਉਤਰਿਆ ਹੋਇਆ ਵਿਰੋਧ ਪ੍ਰਦਰਸ਼ਨ ਕਰ ਰਿਹਾ। ਕਈ ਥਾਵਾਂ ਤੇ ਹਿੰਸਕ ਪ੍ਰਦਰਸ਼ਨ ਵੀ ਹੋਇਆ। ਦਿੱਲੀ ਦੇ ਵਿੱਚ ਅੱਜ ਥਾਂ ਤੇ ਹਿੰਸਕ ਪ੍ਰਦਰਸ਼ਨ ਵੀ ਹੋਏ। ਲਖਨਊ ਦੇ ਵਿੱਚ ਹਿੰਸਕ ਪ੍ਰਦਰਸ਼ਨ ਹੋਏ। ਮੈਟਰੋ ਸਟੇਸ਼ਨ ਜਿਹੜੇ ਕਿ ਲਾਈਫਲਾਈਨ ਮੰਨੀ ਜਾਂਦੀ ਹੈ ਦਿੱਲੀ ਦੀ, ਉਹ ਵਾਰ-ਵਾਰ ਬੰਦ ਕਰਨੇ ਪਏ ਮੈਟਰੋ ਸਟੇਸ਼ਨ। ਸੋ ਲਗਭਗ ਇਹ ਕਹਿ ਸਕਦੇ ਹਾਂ ਕਿ ਪੂਰੇ ਮੁਲਕ ਦੇ ਵਿੱਚ ਉਥਲ-ਪੁਥਲ ਵਰਗਾ ਮਾਹੌਲ ਬਣਿਆ ਹੋਇਆ। ਧਾਰਾ 144 ਦਿੱਲੀ ਦੇ ਵਿੱਚ ਕਈ ਥਾਵਾਂ ਤੇ ਲੱਗੀ ਹੋਈ ਹੈ। ਚੰਡੀਗੜ੍ਹ ਦੇ ਵਿੱਚ ਵੀ ਰੋਸ ਪ੍ਰਦਰਸ਼ਨ ਜਾਰੀ ਨੇ, ਹਲੇ ਵੀ ਚੱਲ ਰਹੇ ਨੇ। ਸੋ ਅਜਿਹੇ ਨੂੰ ਲੈ ਕੇ ਸਰਕਾਰ ਦੀ ਅੜੀ ਹਲੇ ਵੀ ਬਰਕਰਾਰ ਹੈ। ਸਰਕਾਰ ਵੱਲੋਂ ਹਲੇ ਤੱਕ ਕੋਈ ਵੀ ਅਜਿਹੀ ਸਟੇਟਮੈਂਟ ਨਹੀਂ ਆਈ ਜਿਸ ਤੋਂ ਬਾਅਦ ਕੋਈ ਰੋਸ ਸ਼ਾਂਤ ਹੋ ਸਕੇ, ਜਿਸ ਤੇ ਇਹ ਪਤਾ ਲੱਗ ਸਕੇ ਕਿ ਸ਼ਾਇਦ ਇਸ ਤੇ ਹੁਣ ਫੁੱਲ ਸਟਾਪ ਲੱਗ ਸਕਦਾ ਹੈ। ਪ੍ਰਸ਼ਨ ਚਿੰਨ੍ਹ ਹਲੇ ਵੀ ਖੜਾ ਕਿ ਕੀ ਇਸ ਐਕਟ ਦੇ ਵਿੱਚ ਕੋਈ ਅਮੈਂਡਮੈਂਟ ਕੀਤੀ ਜਾਏਗੀ ਕਿ ਨਹੀਂ ਕੀਤੀ ਜਾਏਗੀ। ਜਦੋਂ ਪੂਰਾ ਮੁਲਕ ਸੜਕਾਂ ਤੇ ਆ ਜਾਵੇ ਤਾਂ ਇੱਕ ਵਾਰ ਜ਼ਰੂਰ ਸੋਚਣਾ ਚਾਹੀਦਾ ਕਿ ਜਿਨ੍ਹਾਂ ਲੋਕਾਂ ਦੇ ਲਈ ਅਸੀਂ ਇਹ ਐਕਟ ਬਣਾ ਰਹੇ ਹਾਂ, ਜੇ ਉਹ ਲੋਕ ਹੀ ਇਸ ਨੂੰ ਨਹੀਂ ਪਸੰਦ ਕਰ ਰਹੇ ਤਾਂ ਅਸੀਂ ਐਕਟ ਕਿਸ ਵਾਸਤੇ ਬਣਾ ਰਹੇ ਹਾਂ। ਇਹ ਵਿਚਾਰ ਚਰਚਾ ਲੈ ਕੇ ਹਾਜ਼ਰ ਹੋਏ ਹਾਂ। ਸਭ ਤੋਂ ਪਹਿਲਾਂ ਜਾਣ ਪਛਾਣ ਕਰਨ ਦੀ ਮਹਿਮਾਨਾਂ ਨਾਲ ਫਿਰ ਅੱਗੇ ਵਧਾਂਗੇ। ਗੁਰਪ੍ਰੀਤ ਢਿੱਲੋਂ ਸਾਹਿਬ ਮੌਜੂਦ ਨੇ, ਬੁਲਾਰ ਨੇ ਬੀਜੇਪੀ ਦੇ। ਨਵਦੀਪ ਸਿੰਘਾ ਸਾਹਿਬ ਬੁਲਾਰ ਨੇ ਆਮ ਆਦਮੀ ਪਾਰਟੀ ਦੇ। ਡਾਕਟਰ ਪਿਆਰੇਲਾਲ ਗਰਗ ਸਾਹਿਬ ਸਿਆਸੀ ਮਾਹਰ ਨੇ। ਰਮਨਦੀਪ ਸਿੰਘ ਸਾਡੇ ਨਾਲ ਜੁੜੇ ਹੋਏ ਨੇ ਚੰਡੀਗੜ੍ਹ ਤੋਂ ਔਰ ਜਸਮੀਤ ਸਿੰਘ ਜੁੜੇ ਹੋਏ ਨੇ ਦਿੱਲੀ ਤੋਂ। ਨਾਲ ਹੀ ਸਾਡੇ ਨਾਲ ਥੋੜੀ ਦੇਰ ਬਾਅਦ ਇੱਕ ਹੋਰ ਬੁਲਾਰਾ ਵੀ ਜੁੜੇਗਾ। ਮੈਂ ਰਮਨ ਤੁਹਾਡੇ ਕੋਲ ਚੱਲਦਾ। ਜਦ ਤੱਕ ਮੈਂ ਤਸਵੀਰਾਂ ਦੇਖ ਪਾ ਰਿਹਾ ਕਿ ਤੁਸੀਂ ਰੋਸ ਪ੍ਰਦਰਸ਼ਨ ਦੇ ਵਿੱਚੋਂ ਪਹਿਲਾਂ ਤਾਂ ਇਹ ਦੱਸੋ ਕਿ ਰੋਸ ਪ੍ਰਦਰਸ਼ਨ ਕਿੱਥੋਂ ਸ਼ੁਰੂ ਹੋਇਆ, ਕਿੱਥੇ ਤੱਕ ਜਾ ਰਿਹਾ ਔਰ ਕਿੰਨੀ ਕੁ ਤਾਦਾਦ ਦੇ ਵਿੱਚ ਲੋਕ ਨੇ? ਜੀ ਹਰਪੀ ਜੀ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੋ CA ਸਿਟੀਜ਼ਨ ਅਮੈਂਡਮੈਂਟ ਐਕਟ ਆ ਉਸ ਨੂੰ ਲੈ ਕੇ ਹੁਣ ਚੰਡੀਗੜ੍ਹ ਵਿੱਚ ਵੀ ਵੱਡਾ ਪ੍ਰੋਟੈਸਟ ਸ਼ੁਰੂ ਹੋ ਗਿਆ ਹੈ। ਯੂਨੀਵਰਸਿਟੀ ਤੋਂ ਲੈ ਕੇ ਇਹ 17 ਤੱਕ ਪ੍ਰੋਟੈਸਟ ਕੀਤਾ ਜਾਵੇਗਾ। ਬਹੁਤ ਸਾਰੇ ਵਿਦਿਆਰਥੀ ਸੰਗਠਨ ਇਸ ਪ੍ਰੋਟੈਸਟ ਵਿੱਚ ਸ਼ਾਮਲ ਨੇ, ਹਜ਼ਾਰਾਂ ਦੀ ਤਾਦਾਦ ਵਿੱਚ ਵਿਦਿਆਰਥੀ ਨੇ ਔਰ ਸਾਡੇ ਨਾਲ ਇਸ ਵਕਤ ਵਿਦਿਆਰਥੀ ਆਗੂਆਂ ਦੀ ਅਗਵਾਈ ਕਰ ਰਹੇ ਪ੍ਰੋਫੈਸਰ ਮਨਜੀਤ ਸਿੰਘ ਜੀ ਨੇ, ਉਹ ਅਗਵਾਈ ਕਰ ਰਹੇ ਨੇ। ਨਾਲ ਪ੍ਰੋਫੈਸਰ ਦੂਜਾ ਸੀਨੀਅਰ ਜਰਨਲਿਸਟ SP ਸਿੰਘ ਵੀ ਨੇ ਜੋ ਅਗਵਾਈ ਕਰ ਰਹੇ ਨੇ। ਬਹੁਤ ਸਾਰੇ ਪ੍ਰੋਫੈਸਰ, ਬੁੱਧੀਜੀਵੀ, ਡਾਕਟਰ ਇਸ ਪ੍ਰੋਟੈਸਟ ਵਿੱਚ ਸ਼ਾਮਲ ਨੇ। ਤਮਾਮ ਵਰਗਾਂ ਦੇ ਲੋਕ ਇਸ ਪ੍ਰੋਟੈਸਟ ਵਿੱਚ ਸ਼ਾਮਲ ਨੇ। ਕੋਈ ਵੀ ਵਰਗ ਅਜਿਹਾ ਨਹੀਂ ਜਿਸ ਦਾ ਕੋਈ ਨੁਮਾਇੰਦਾ ਇਸ ਪ੍ਰੋਟੈਸਟ ਵਿੱਚ ਸ਼ਾਮਲ ਨਾ ਹੋਇਆ ਹੋਵੇ। ਰਮਨ, ਅਸੀਂ ਗੱਲ ਕਰਨਾ ਚਾਹਾਂਗੇ ਤੁਹਾਡੇ ਨਾਲ ਪ੍ਰੋਫੈਸਰ ਮਨਜੀਤ ਵੀ ਨੇ, SP ਸਿੰਘ ਵੀ ਨੇ, ਕਿਉਂਕਿ ਇਹ ਕਿਹਾ ਜਾ ਰਿਹਾ ਹੈ ਕਿ ਬੜਾ ਜ਼ਰੂਰੀ ਹੈ ਕਿ ਤੁਸੀਂ ਸ਼ਾਂਤਮਈ ਧਰਨਾ ਪ੍ਰਦਰਸ਼ਨ ਕਰੋ ਤਾਂ ਤੁਹਾਡੀ ਗੱਲ ਸੁਣੀ ਵੀ ਜਾਏਗੀ, ਪਰ ਅਜਿਹੇ ਧਰਨੇ ਪ੍ਰਦਰਸ਼ਨ ਕਦੋਂ ਹਿੰਸਕ ਰੂਪ ਧਾਰ ਲੈਂਦੇ ਨੇ ਪਤਾ ਨਹੀਂ ਲੱਗਦਾ। ਹਾਂਜੀ, ਮੈਂ ਜ਼ਰੂਰ ਗੱਲ ਕਰਾਉਣੀ ਚਾਹੁੰਦਾ ਪ੍ਰੋਫੈਸਰ ਮਨਜੀਤ ਜੀ ਨਾਲ। ਸਰ, ਹਿੰਸਕ ਪ੍ਰੋਟੈਸਟ ਹੋਣ ਲੱਗ ਗਏ ਨੇ। ਜਿਵੇਂ ਆਪਾਂ ਜਾਮੀਆ ਯੂਨੀਵਰਸਿਟੀ ਦੇ ਵਿੱਚ ਹਿੰਸਕ ਘਟਨਾਵਾਂ, ਅੱਜ ਵੀ ਦਿੱਲੀ ਦੇ ਵਿੱਚ ਮਾਹੌਲ ਕੋਈ ਚੰਗਾ ਨਹੀਂ ਰਿਹਾ। ਅੱਜ ਵੀ ਮਾਹੌਲ ਪੂਰਾ ਉੱਥੇ ਬਰਬਤਾਲਾ ਰਿਹਾ। ਨਹੀਂ, ਮੈਂ ਇਹ ਦੇਖਿਆ ਕਿ ਦੇਖੋ ਆਪਾਂ ਹੁਣ ਤਕਰੀਬਨ 2 ਕਿਲੋਮੀਟਰ ਯੂਨੀਵਰਸਿਟੀ ਤੋਂ ਆ ਚੁੱਕੇ ਹਾਂ। ਮੈਂ ਉੱਥੋਂ ਚੱਲਣ ਤੋਂ ਪਹਿਲਾਂ ਉਹਨਾਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਨੌਜਵਾਨੋ, ਤੁਹਾਡੀ ਸ਼ਕਤੀ ਇਸੇ ਗੱਲ 'ਚ ਹੈ ਕਿ ਤੁਹਾਨੂੰ ਪੁਰਅਮਨ ਰਹਿਣਾ ਚਾਹੀਦਾ ਆ, ਏਕਾ ਦਿਖਾਉਣਾ ਚਾਹੀਦਾ ਆ ਔਰ ਇਕੱਠ ਦਿਖਾਉਣਾ ਚਾਹੀਦਾ ਆ। ਮੈਂ ਐਡਾ ਵੱਡਾ ਮੁਜ਼ਾਹਰਾ 17 ਸੈਕਟਰ ਤੱਕ ਜਾਂਦਾ ਆਪਣੀ ਜ਼ਿੰਦਗੀ 'ਚ ਸਟੂਡੈਂਟ ਦਾ ਕਦੀ ਨਹੀਂ ਦੇਖਿਆ। ਇੱਥੋਂ ਇਹ ਲੱਗਦਾ ਆ ਕਿ ਇਹ ਜਿਹੜੇ ਪੁਰਅਮਨ ਚਾਹੁੰਦੇ ਆ, ਕੋਈ ਵੀ ਜੇ ਸ਼ਰਾਰਤੀ ਅੰਸਰ ਹੋਊਗਾ ਤੇ ਅਸੀਂ ਨਾਲ ਇਸੇ ਕਰਕੇ ਜਾ ਰਹੇ ਹਾਂ ਕਿ ਉਹਨਾਂ ਦਾ ਧਿਆਨ ਰੱਖਿਆ ਜਾਏ ਔਰ ਇਸ ਗੱਲ ਦੇ ਕਿ ਜਿਹੜਾ ਸਾਰੀ ਦੇਸ਼ ਦੇ ਅੰਦਰ ਨੌਜਵਾਨ ਸੜਕਾਂ ਦੇ ਉੱਤੇ ਆਇਆ, ਕੇਰਲਾ ਤੋਂ ਲੈ ਕੇ ਗੁਹਾਟੀ ਤੱਕ ਤੇ ਹਿਮਾਚਲ ਤੋਂ ਲੈ ਕੇ ਥੱਲੇ ਤੱਕ ਸਾਰੇ ਜਗ੍ਹਾ ਤੇ ਪ੍ਰੋਟੈਸਟ ਹੋ ਰਹੇ ਪੰਜਾਬ ਦੇ ਵਿੱਚ। ਇਸ ਕਰਕੇ ਮੈਨੂੰ ਇਹ ਲੱਗਦਾ ਆ ਕਿ ਛੇਤੀ ਹੀ ਅਮਿਤ ਸ਼ਾਹ ਔਰ ਮੋਦੀ ਜੀ ਮਿਲ ਕੇ ਇਸ ਗੱਲ ਤੇ ਰਿਵਿਊ ਕਰਨਗੇ ਕਿ ਕੀ ਅਸੀਂ ਇਸੇ ਗੱਲ ਨੂੰ ਜਾਰੀ ਰੱਖਣਾ ਜਾਂ ਇਹਦੇ 'ਚ ਕੋਈ ਤਰਮੀਮ ਕਰਨੀ। ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਆ ਕਿ ਖੁਦ ਜਿਹੜੀਆਂ ਇਹਨਾਂ ਦੀਆਂ ਭਾਈਵਾਲ ਪਾਰਟੀਆਂ ਹੈਗੀਆਂ ਆ ਉਹਨਾਂ ਨੂੰ ਵੀ ਇਹ ਨਜ਼ਰਅੰਦਾਜ਼ ਕਰ ਰਹੇ ਆ। ਅੱਜ ਬਿਜੂ ਜਨਤਾ ਦਲ, JDU, ਅਕਾਲੀ ਦਲ ਕੀ ਕਹਿ ਰਹੇ ਆ? ਉਹ ਸਾਰੇ ਇਸ ਗੱਲ ਨੂੰ ਕਹਿ ਰਹੇ ਆ ਕਿ ਪਲੀਜ਼ ਤੁਸੀਂ ਇਸ ਤਰ੍ਹਾਂ ਧਰਮਾਂ ਦੇ ਨਾਲ ਇਸ ਤਰੀਕੇ ਨਾਲ ਅਲੱਗ-ਅਲੱਗ ਉਹਨਾਂ ਨੂੰ ਨਾ ਕਰੋ। ਦੇਸ਼ ਦੇ ਵਿੱਚ ਇੱਕ ਭਰੋਸਾ ਆ, ਏਕਾ ਆ, ਧਰਮ ਨਿਰਪੱਖ ਦੇਸ਼ ਹੈਗਾ, ਉਸ ਨੂੰ ਮੱਦੇ ਨਜ਼ਰ ਰੱਖ ਕੇ ਤੁਸੀਂ ਕੌਂਸਟੀਟਿਊਸ਼ਨ ਨੂੰ
ਇੱਕ ਪਾਸੇ ਰੱਖ ਕੇ ਇਹੋ ਜਿਹੇ ਕੋਈ ਫੈਸਲੇ ਨਾ ਲਓ ਤਾਂ ਇਹਨਾਂ ਹਾਲਾਤਾਂ ਦੇ ਅੰਦਰ ਹੱਦ ਹੋ ਗਈ ਹੈ ਕਿ ਬੀਜੇਪੀ ਆਪਣੇ ਭਾਈ ਵਾਲਿਆਂ ਦਾ ਕੁਝ ਨਹੀਂ ਸੁਣਨਾ ਚਾਹੁੰਦੀ, ਧੱਕਾਸ਼ਾਹੀ ਕਰ ਰਹੀ ਆ। ਉਹਦਾ ਰਿਜ਼ਲਟ ਹੈ ਇੱਕ ਵੱਡਾ ਆਕਰੋਸ਼, ਹਜ਼ਾਰਾਂ ਦੀ ਗਿਣਤੀ 'ਚ ਨਾਰਥ ਈਸਟ ਤੋਂ ਲੜਕੇ ਲੜਕੀਆਂ ਔਰ ਸਮੁੱਚੇ ਪੰਜਾਬ ਤੋਂ। ਇਹ ਪਹਿਲੀ ਵਾਰੀ ਹੋਇਆ ਹੈ, ਮੈਂ ਤੁਹਾਨੂੰ ਦੱਸ ਦਿਆਂ, ਕਿ ਦਲਿਤ ਆਰਗੇਨਾਈਜੇਸ਼ਨਾਂ, ਸਿੱਖ ਆਰਗੇਨਾਈਜੇਸ਼ਨਾਂ, ਲੈਫਟ ਆਰਗੇਨਾਈਜੇਸ਼ਨਾਂ, ਟੀਚਰ, EMPLOYE ਸਾਰੇ ਰਲ ਕੇ ਵੱਡੇ ਪੱਧਰ ਤੇ 17 ਸੈਕਟਰ ਨੂੰ ਅਸੀਂ ਜਾ ਰਹੇ ਹਾਂ ਇਹ ਦੱਸਣ ਲਈ, ਮੈਸੇਜ ਦੇਣ ਲਈ ਕਿ ਇਹ ਦੇਸ਼ ਹਰ ਫਿਰਕੇ ਦਾ, ਹਰ ਧਰਮ ਦਾ, ਹਰ ਮਜ਼ਹਬ ਦਾ ਆ। ਤੁਹਾਡੀ ਇਹ ਆਪਣੀ ਪ੍ਰਾਈਵੇਟ ਦੁਕਾਨ ਨਹੀਂ ਮੋਦੀ ਜੀ ਕਿ ਤੁਸੀਂ ਜਿਹਨੂੰ ਮਰਜ਼ੀ ਬੁਲਾ ਕੇ ਕਹੋ ਕਿ ਲਾਈਨ 'ਚ ਲੱਗੋ ਔਰ ਉਹਨੂੰ ਹੁਕਮ ਕਰੋ, ਦੱਸੋ ਕਿ ਤੁਸੀਂ ਕੌਣ ਆ, ਕਿ ਤੁਸੀਂ ਸਿਟੀਜ਼ਨ ਹੈ ਕਿ ਨਹੀਂ। ਚਲੋ ਹੈ। ਮੈਂ ਵਾਪਸ ਆਣਾ ਰਮਨ ਤੁਹਾਡੇ ਕੋਲ, ਬੇਇੱਜ਼ਤੀ ਮਹਿਸੂਸ ਕਰਦੇ ਵਾਪਸ ਆ। ਆਣਾ ਤੁਹਾਡੇ ਇਹ ਕੋਲ। ਬੱਚੇ ਲਲਕਾਰ ਰਹੇ ਆ, ਤੁਹਾਡੀ ਗੱਲ ਆ ਗਈ ਹੈ ਲਲਕਾਰ ਕਿਉਂਕਿ ਰਹੇ ਆ। ਅਸੀਂ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀ ਨੇ ਜਿਹੜੇ ਇਸ ਧਰਨਾ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਏ ਨੇ। ਤੁਸੀਂ ਤਸਵੀਰਾਂ ਸਾਨੂੰ ਦਿਖਾਉਂਦੇ ਰਹੋ ਲਾਈਵ, ਅਸੀਂ ਤਸਵੀਰਾਂ ਵੇਖਦੇ ਰਵਾਂਗੇ ਕਿਉਂਕਿ ਹਾਲੇ ਤੱਕ ਇੱਕ ਗੱਲ ਕੀਤੀ ਜਾ ਰਹੀ ਸੀ, ਇੱਕ ਖਾਸ ਵਰਗ ਹੈ, ਇੱਕ ਖਾਸ ਫਿਰਕਾ ਹੈ ਜਿਹੜਾ ਇਸ ਬਿੱਲ ਦਾ ਵਿਰੋਧ ਕਰ ਰਿਹਾ। ਪਰ ਜਦੋਂ ਇਦਾਂ ਦੇ ਪ੍ਰੋਟੈਸਟ ਅਸੀਂ ਦੇਖਦੇ ਹਾਂ ਜਿਹਦੇ ਵਿੱਚ ਨਾ ਕੋਈ ਵਰਗ, ਨਾ ਕੋਈ ਕੌਮ, ਨਾ ਕੋਈ ਫਿਰਕੇ ਦੀ ਗੱਲ ਹੋ ਰਹੀ ਹੈ, ਸਾਰੇ ਇੱਕ ਮੁਲਕ ਦੀ ਗੱਲ ਕਰਦੇ ਨੇ, ਤਾਂ ਫਿਰ ਇਹ ਸਾਨੂੰ ਸੋਚਣਾ ਪਏਗਾ ਕਿ ਅਸੀਂ ਕਿੱਧਰ ਵੱਲ ਨੂੰ ਜਾ ਰਹੇ ਹਾਂ। ਅੱਗੇ ਵਧਣ ਤੋਂ ਪਹਿਲਾਂ ਇੱਕ ਵਾਰ ਜਸਮੀਤ ਕੋਲ ਚੱਲਦੇ ਹਾਂ ਕਿਉਂਕਿ ਦਿੱਲੀ ਦੇ ਵਿੱਚ ਅੱਜ ਹਾਲਾਤ ਕਾਫੀ ਮਾੜੇ ਰਹੇ ਨੇ। ਜਸਮੀਤ, ਹੁਣ ਹਾਲਾਤ ਕਿੱਦਾਂ ਦੇ ਨੇ ਦਿੱਲੀ ਦੇ ਵਿੱਚ? ਔਰ ਬੜੀ ਥਾਵਾਂ ਤੇ ਧਾਰਾ 144 ਵੀ ਲਗਾਈ ਗਈ, ਮੈਟਰੋ ਸਟੇਸ਼ਨ ਵੀ ਬੰਦ ਕੀਤੇ ਗਏ, ਅੱਜ ਵੀ ਤਸਵੀਰਾਂ ਦੇਖਣ ਨੂੰ ਆਈਆਂ, ਕੋਈ ਬੱਸਾਂ ਬੁੱਸਾਂ ਨੂੰ ਅੱਗ ਲਾਈ ਗਈ ਹੈ। ਥੋੜੀ ਤਫਸੀਲ ਨਾਲ ਜਾਣਕਾਰੀ ਦਿਓ। ਬਿਲਕੁਲ ਹਰਪ੍ਰੀਤ, ਸਵੇਰ ਤੋਂ ਹੀ ਜਿਹੜਾ ਹੈ ਇਸ ਐਕਟ ਦੇ ਵਿਰੋਧ ਦੇ ਵਿੱਚ ਜਿਹੜੀ ਦਿੱਲੀ ਦੀ ਤਸਵੀਰ ਉਹ ਨਜ਼ਰ ਆਉਂਦੀ ਰਹੀ ਹੈ। ਇੱਕ ਵਾਰ ਫਿਰ ਤੋਂ ਵਿਰੋਧ ਪ੍ਰਦਰਸ਼ਨ ਵਾਲੀ ਦੱਸ ਦਈਏ ਕਿ 60 ਦੇ ਕਰੀਬ ਜਥੇਬੰਦੀਆਂ, ਵਿਦਿਆਰਥੀ ਜਥੇਬੰਦੀਆਂ ਜਾਂ ਲੈਫਟ ਪਾਰਟੀਆਂ ਜਿਨ੍ਹਾਂ ਵੱਲੋਂ ਇਹ ਪ੍ਰਦਰਸ਼ਨ ਰੱਖਿਆ ਗਿਆ ਸੀ, ਬਕਾਇਦਾ ਲਾਲ ਕਿਲੇ ਤੋਂ ਲੈ ਕੇ ਸ਼ਹੀਦੀ ਪਾਰਕ ਤੱਕ ਜਾਂ ਮਾਰਚ ਕੱਢਣਾ ਸੀ, ਉਸ ਨੂੰ ਲੈ ਕੇ ਪਹਿਲਾਂ ਹੀ ਧਾਰਾ 144 ਲਗਾ ਦਿੱਤੀ ਗਈ ਸੀ। ਵੱਡੀ ਗਿਣਤੀ 'ਚ ਸਮਰਥਕ ਲਾਲ ਕਿਲੇ ਦੇ ਕੋਲ ਇਕੱਠੇ ਹੋਏ ਜਿਨ੍ਹਾਂ ਨੂੰ ਸਵੇਰੇ ਡਿਟੇਨ ਕਰ ਲਿਆ ਗਿਆ। ਧਰਮਵੀਰ ਗਾਂਧੀ, ਹੋਰ ਪਾਰਟੀਆਂ ਦੇ ਜੋ ਵੀ ਨੁਮਾਇੰਦੇ ਸਨ ਉਹਨਾਂ ਨੂੰ ਡਿਟੇਨ ਕੀਤਾ ਗਿਆ। ਉਸ ਤੋਂ ਬਾਅਦ ਵੱਖ-ਵੱਖ ਇਲਾਕਿਆਂ ਦੇ ਵਿੱਚ ਸੇਮ ਇਹੀ ਤਸਵੀਰ ਜਿਹੜੀ ਹੈ ਇੱਕ ਵਾਰ ਫਿਰ ਤੋਂ ਸਾਹਮਣੇ ਆਣੀ ਸ਼ੁਰੂ ਹੋਈ। ਜਿੱਥੇ ਆਪਾਂ ਗੱਲ ਕਰੀਏ ਮੰਡੀ ਹਾਊਸ ਦੀ, ਜੰਤਰ ਮੰਤਰ ਦੀ, ਇਹਨਾਂ तमाम ਥਾਵਾਂ ਦੇ ਉੱਤੇ ਵਿਰੋਧ ਪ੍ਰਦਰਸ਼ਨ ਜਿਹੜਾ ਉਹ ਵੱਖ-ਵੱਖ ਜਥੇਬੰਦੀਆਂ, ਵਿਦਿਆਰਥੀ ਜਥੇਬੰਦੀਆਂ ਜਿਹੜੀਆਂ ਨੇ ਉਹ ਲਾਮਬੰਦ ਹੋ ਕੇ ਪਹੁੰਚੀਆਂ, ਉਹਨਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਇਸ ਵੇਲੇ ਅਸੀਂ ਜੰਤਰ ਮੰਤਰ ਤੇ ਮੌਜੂਦ ਹਾਂ, ਪਿੱਛੇ ਤੁਹਾਨੂੰ ਦਿਖਾ ਦਈਏ ਹਜੇ ਵੀ ਜਿਹੜਾ ਹੈ ਉਹ ਨਾਅਰੇਬਾਜ਼ੀ ਦੀ ਆਵਾਜ਼ ਸੁਣਾਈ ਦੇ ਰਹੀ ਹੈ। ਬਕਾਇਦਾ ਇਸ ਰੋਡ ਦੇ ਉੱਤੇ ਜਾਮ ਲੱਗਿਆ ਹੋਇਆ ਇਸ ਵੇਲੇ, ਔਰ ਨਾਲ ਹੀ ਜਿਸ ਜਗ੍ਹਾ ਅਸੀਂ ਖੜੇ ਹਾਂ ਇਸ ਤੋਂ ਕੁਝ ਦੂਰੀ ਤੋਂ ਅੱਗੇ ਜਿਹੜਾ ਜੈਮਰਸ ਲਗਾ ਕੇ ਇੰਟਰਨੈਟ ਸੇਵਾ ਜਿਹੜੀ ਆ ਉਹ ਇਸ ਇਲਾਕੇ ਦੀ ਬਿਲਕੁਲ ਜਿਹੜੀ ਆ ਬੰਦ ਕਰ ਦਿੱਤੀ ਗਈ ਤਾਂ ਜੋ ਸੋਸ਼ਲ ਮੀਡੀਆ ਤੇ ਕਿਸੇ ਵੀ ਤਰ੍ਹਾਂ ਦੀ ਅਫਵਾਹ ਨਾ ਫੈਲੇ। ਇਹ तमाम ਤਸਵੀਰਾਂ ਜਿਹੜੀਆਂ ਨੇ ਦਿੱਲੀ ਦੀਆਂ ਸਾਹਮਣੇ ਆਈਆਂ। ਪਰ ਨਾਲ ਹੀ ਜੇਕਰ ਧਾਰਾ 144 ਦੀ ਗੱਲ ਕਰੀਏ, ਵਿਰੋਧ ਪ੍ਰਦਰਸ਼ਨਾਂ ਨੂੰ ਦੇਖਦੇ ਹੋਏ ਵੱਖ-ਵੱਖ ਇਲਾਕਿਆਂ ਦੇ ਵਿੱਚ ਧਾਰਾ 144 ਲਗਾਈ ਗਈ, ਜਿਸ ਦੇ ਵਿੱਚ ਲਾਲ ਕਿਲਾ ਜਿਹੜਾ ਹੈ ਉਹ ਸ਼ਾਮਲ ਹੈ। ਇਸ ਤੋਂ ਇਲਾਵਾ ਮੰਡੀ ਹਾਊਸ, ਜਾਮੀਆ, ਸੀਲਮਪੁਰ, ਇਹ तमाम ਜੋ ਡਿਸਟ੍ਰਿਕਟ ਨੇ ਜਿਨ੍ਹਾਂ ਦੇ ਵਿੱਚ ਧਾਰਾ 144 ਲਗਾਈ ਗਈ। ਵੱਡੀ ਗਿਣਤੀ 'ਚ ਪੁਲਿਸ ਬਲ ਤੈਨਾਤ ਕੀਤਾ ਗਿਆ। ਹਾਲਾਂਕਿ ਛੁੱਟ-ਪੁੱਟ ਜੋ ਪੁਲਿਸ ਬਲ ਨੇ ਪ੍ਰਯੋਗ ਕੀਤਾ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਡਿਟੇਨ ਕਰਨ ਲਈ, ਚਾਹੇ ਉਹ ਆਗੂ ਸਨ, ਚਾਹੇ ਉਹ ਸਟੂਡੈਂਟ ਸਨ, ਉਹਨਾਂ ਨੂੰ ਡਿਟੇਨ ਕਰਨ ਲਈ ਹਲਕਾ ਬਲ ਪ੍ਰਯੋਗ ਕੀਤਾ। ਪਰ ਫਿਰ ਵੀ ਕੋਈ ਵੱਡੀ ਹਿੰਸਕ ਜਿਹੜੀ ਆ ਤਸਵੀਰ ਇਹ ਜੋ ਸਾਹਮਣੇ ਨਹੀਂ ਆਈ। ਇhtiyat ਦੇ ਤੌਰ ਤੇ 18 ਜਿਹੜੇ ਮੈਟਰੋ ਸਟੇਸ਼ਨ ਸੀ ਉਹ ਬੰਦ ਕਰ ਦਿੱਤੇ ਗਏ ਕਿਉਂਕਿ ਦਿੱਲੀ ਦੀ ਲਾਈਫਲਾਈਨ ਕਹੀ ਜਾਂਦੀ ਹੈ ਮੈਟਰੋ। ਜੋ ਸੈਂਟਰ ਪਲੇਸ ਹੈ, ਕੈਨੋਟ ਪਲੇਸ, ਰਾਜੀਵ ਚੌਂਕ, ਉਸ ਦੇ ਆਸ-ਪਾਸ ਦੇ ਸਾਰੇ 18 ਮੈਟਰੋ ਸਟੇਸ਼ਨਸ ਬੰਦ ਕੀਤੇ ਗਏ ਸਨ ਕਿਉਂਕਿ ਇਹਨਾਂ ਆਸ-ਪਾਸ ਸਥਾਨਾਂ ਦੇ ਉੱਤੇ ਵੱਡੇ ਵਿਰੋਧ ਪ੍ਰਦਰਸ਼ਨ ਦੀ ਜਿਹੜੀ ਹੈ ਜਾਂ ਰੋਸ ਮਾਰਚ ਦੀ ਉਹ ਚੇਤਾਵਨੀ ਦਿੱਤੀ ਗਈ ਸੀ। ਸੋ ਇਹ ਤਸਵੀਰਾਂ ਦਿੱਲੀ ਦੀਆਂ ਆਮ ਰਹੀਆਂ। ਪਰ ਇਲਾਕਿਆਂ ਦੇ ਵਿੱਚ ਜਦ ਦੁਪਹਿਰ ਤੋਂ ਬਾਅਦ ਜਦੋਂ ਵੱਡੀ ਭੀੜਾਂ ਜਿਹੜੀਆਂ ਨਿਕਲਣੀਆਂ ਸ਼ੁਰੂ ਹੋਈਆਂ ਇਹਨਾਂ ਇਲਾਕਿਆਂ ਦੇ ਵਿੱਚ, ਉਸ ਵੇਲੇ ਜਿਹੜਾ ਹੈ ਇੰਟਰਨੈਟ ਸੇਵਾ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਬੰਦ ਕਰ ਦਿੱਤੀ ਗਈ। ਪਰ ਫਿਰ ਵੀ ਜਿਹੜਾ ਹੈ ਉਹ ਦਿੱਲੀ ਪੁਲਿਸ ਦੀ ਇੱਕ ਤਾਰੀਫ ਜ਼ਰੂਰ ਕਰਨੀ ਹੋਏਗੀ ਕਿਉਂਕਿ ਅੱਜ ਹਾਲਾਤ ਜਿਹੜੇ ਨੇ ਬਿਲਕੁਲ ਉਹ ਜਿਹੜੇ ਸਮਾਨ ਰਹੇ ਨੇ ਔਰ ਕਿਸੇ ਵੀ ਤਰ੍ਹਾਂ ਜਿਹੜਾ ਹੈ ਉਹ ਵੱਡੀ। ਠੀਕ ਹੈ ਜਸਮੀਤ, ਮੈਂ ਆਣਾ ਵਾਪਸ ਤੁਹਾਡੇ ਕੋਲ, ਵਾਪਸ ਆਣਾ। ਇੱਕ ਅਪਡੇਟ ਵੀ ਆਈ ਹੈ ਸਾਡੇ ਕੋਲ, ਅਪਡੇਟ ਵੀ ਆਈ ਹੈ ਕਿ ਅਮਿਤ ਸ਼ਾਹ ਵੱਲੋਂ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਵੇਖਦੇ ਹੋਇਆ ਸੁਰੱਖਿਆ ਨੂੰ ਲੈ ਕੇ ਇੱਕ ਅਹਿਮ ਮੀਟਿੰਗ ਬੁਲਾਈ ਗਈ ਹੈ ਔਰ ਇਸ ਮੀਟਿੰਗ ਦੇ ਵਿੱਚ ਕੀ ਨਿਕਲਦਾ ਇਹ ਵੇਖਣਾ ਹੋਵੇਗਾ। ਪਰ ਫਿਲਹਾਲ ਇੰਨਾ ਕਹਿ ਸਕਦੇ ਕਿ ਸਰਕਾਰ ਦੇ ਕੰਨਾਂ ਤੇ ਜੂੰ ਸਰਕੀ ਹੈ ਔਰ ਸਰਕਾਰ ਹੁਣ ਇਹ ਸੁਰੱਖਿਆ ਨੂੰ ਲੈ ਕੇ, ਲਾਅ ਐਂਡ ਆਰਡਰ ਨੂੰ ਲੈ ਕੇ ਇੱਕ ਮੀਟਿੰਗ ਬੁਲਾਈ ਹੈ ਉਹਨਾਂ ਨੇ। ਉਸ ਮੀਟਿੰਗ ਦੇ ਵਿੱਚ ਕੀ ਨਿਕਲਦਾ ਇਸ ਤੇ ਸਾਡੀ ਨਜ਼ਰ ਰਹੇਗੀ। ਅੱਗੇ ਵਧਣ ਤੋਂ ਪਹਿਲਾਂ ਮੈਂ ਤੁਹਾਡੇ ਕੋਲ ਢਿੱਲੋਂ ਸਾਹਿਬ ਆਉਣਾ, ਪਰ ਸਾਰਿਆਂ ਦਾ ਰਿਐਕਸ਼ਨ ਲੈ ਲਾਂ। ਜੇ ਤੁਸੀਂ ਕਹੋ ਤਾਂ ਫਿਰ ਤੁਹਾਡੇ ਕੋਲ ਆ ਜਾਣਾ ਮੈਂ। ਸੰਘਾ ਸਾਹਿਬ ਤੋਂ ਪਹਿਲਾਂ ਰਿਐਕਸ਼ਨ ਲੈ। ਸੰਘਾ ਸਾਹਿਬ, ਆਮ ਆਦਮੀ ਪਾਰਟੀ ਵੀ ਇਹਦਾ ਵਿਰੋਧ ਕਰ ਰਹੀ ਹੈ, ਇਸ ਐਕਟ ਦਾ ਵਿਰੋਧ, ਪਹਿਲਾਂ ਬਿੱਲ ਦਾ ਵੀ ਵਿਰੋਧ ਹੁੰਦਾ ਰਿਹਾ, ਹੁਣ ਐਕਟ ਦਾ ਵੀ ਵਿਰੋਧ ਕਰ ਰਹੇ ਨੇ ਔਰ ਬੀਜੇਪੀ ਲਗਾਤਾਰ ਇਹ ਕਹਿ ਰਹੀ ਹੈ ਕਿ ਜਿੰਨੇ ਵੀ ਧਰਨੇ ਪ੍ਰਦਰਸ਼ਨ, ਰੋਸ ਮੁਜ਼ਾਹਰੇ ਹੋ ਰਹੇ ਨੇ ਇਹ ਸਿਰਫ ਵਿਰੋਧੀ ਧਿਰਾਂ ਹੀ ਕਰਵਾ ਰਹੀਆਂ ਨੇ। ਨਾ ਕੋਈ ਵਿਦਿਆਰਥੀ ਸੜਕਾਂ ਤੇ ਆਉਣਾ ਚਾਹੁੰਦਾ, ਨਾ ਕੋਈ ਹੋਰ ਵਰਗ ਆਉਣਾ ਚਾਹੁੰਦਾ। ਇਹ ਸਿਰਫ ਵਿਰੋਧੀ ਧਿਰਾਂ ਉਹਨਾਂ ਨੂੰ ਕਹਿ ਸਕਦੇ ਕਿ ਹਵਾ ਦੇ ਰਹੀਆਂ ਨੇ, ਇਸੇ ਕਰਕੇ ਉਹ ਧਰਨਾ ਪ੍ਰਦਰਸ਼ਨ ਕਰ ਰਹੇ ਨੇ। ਦੇਖੋ ਹਰਪ੍ਰੀਤ ਜੀ, ਜਿਹੜੀਆਂ ਇਹ ਵਿਰੋਧੀ ਧਿਰਾਂ ਵਾਲੀ ਗੱਲ ਹੈਗੀ ਹੈ
ਬੀਜੇਪੀ ਅੱਜ ਮੈਜੋਰਟੀ ਦੇ ਵਿੱਚ ਹੈ ਸੈਂਟਰ ਦੇ ਵਿੱਚ 45-46 MP ਉਹਨਾਂ ਤੋਂ ਪਾਸੇ ਹੈ ਮੈਕਸਿਮਮ ਸਟੇਟਸ ਦੇ ਵਿੱਚ ਬੀਜੇਪੀ ਦੀ ਗਵਰਨਮੈਂਟ ਆ ਦੂਸਰੀ ਗੱਲ ਜਿੱਥੋਂ ਤੱਕ ਇਹ CAA ਦੀ ਹੈਗੀ ਹੈ ਇਟ ਇਜ਼ ਟੋਟਲੀ ਅਗੇਂਸਟ ਦਾ ਸੈਕੂਲਰ ਸਪਿਰਿਟ ਆਫ ਦੀ ਕਨਸਟੀਟਿਊਸ਼ਨ ਆਫ ਇੰਡੀਆ ਜੀ ਜੇ ਆਪਾਂ ਇਹਦੀ ਗੱਲ ਆਪਾਂ ਇਹਨੂੰ ਧਿਆਨ ਨਾਲ ਸਮਝੀਏ ਤਾਂ ਅੱਜ ਤੁਸੀਂ ਦੇਖੋ ਵੀ ਜਿਹੜੇ ਬੰਦੇ ਇੰਡੀਆ ਦੇ ਵਿੱਚ ਰਹਿ ਰਹੇ ਆ ਜਿਹੜੇ ਮਤਲਬ ਕਿ ਨਾਲ ਦੀ ਨਾਲ ਇੱਕ NRC ਜਿਹੜਾ ਇਹਨਾਂ ਨੇ ਕੀਤਾ ਹੈਗਾ ਵੀ ਜਿਹੜੇ ਬੰਦੇ ਇੱਥੇ 14 ਉਹਨਾਂ ਦੇ ਕੋਲੇ ਲੀਗਲ ਡਾਕੂਮੈਂਟਸ ਚਾਹੀਦੇ ਆ ਤੇ ਫਿਰ ਉਹ ਦੇਖੋ ਅੱਜ ਇੰਡੀਆ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਆ ਜਿਨ੍ਹਾਂ ਕੋਲੇ ਉਹ ਡਾਕੂਮੈਂਟਸ ਨਹੀਂ ਹੈਗੇਗੇ ਕੀ ਤੁਸੀਂ ਉਹਨਾਂ ਨੂੰ ਦੇਸ਼ ਤੋਂ ਬਾਹਰ ਕਰ ਦਿਓਗੇ ਤੇ ਜੇ ਤੁਸੀਂ ਇਹਦੇ ਵਿੱਚ ਦੂਜੇ ਕੰਟਰੀਜ਼ ਬੰਗਲਾਦੇਸ਼ ਪਾਕਿਸਤਾਨ ਅਫਗਾਨਿਸਤਾਨ ਜਿੱਥੇ ਤਕਰੀਬਨ ਆਪਣੇ ਨਾਨ ਮੁਸਲਿਮ ਕਹਿ ਲਓ ਜਾਂ ਦੂਸਰੇ 3 ਤੋਂ 4 ਕਰੋੜ ਦੇ ਨੇੜੇ ਜਨਸੰਖਿਆ ਜੇ ਉਹ ਇੰਡੀਆ ਦੇ ਵਿੱਚ ਆ ਜਾਂਦੀ ਹੈ ਤਾਂ ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਉਹਨਾਂ ਨੂੰ ਰੱਖੋਗੇ ਕਿੱਥੋਂ ਉਹਨਾਂ ਨੂੰ ਅਕੋਮੋਡੇਟ ਕਰੋਗੇ ਕਿੱਥੋਂ ਉਹਨਾਂ ਨੂੰ ਨੌਕਰੀਆਂ ਦੇਵੋਗੇ ਅੱਜ ਹਾਲਾਤ ਇਹ ਹੋਏ ਪਏ ਆ ਤੁਹਾਡੇ ਆਪਦੇ ਹਿੰਦੁਸਤਾਨ ਦੇ ਵਿੱਚ ਜਿਹੜੇ 1947 ਤੋਂ ਬਾਅਦ ਇੱਥੇ ਰਹਿਣ ਵਾਲੇ ਲੋਕ ਆ ਉਹਨਾਂ ਦੇ ਨੌਜਵਾਨਾਂ ਨੂੰ ਅੱਜ ਤੀਜੀ ਚੌਥੀ ਪੀੜ੍ਹੀ ਨੂੰ ਨੌਕਰੀ ਨਹੀਂ ਮਿਲ ਰਹੀ ਨੌਜਵਾਨ ਬੇਰੁਜ਼ਗਾਰ ਤੁਰਿਆ ਫਿਰਦਾ ਆਪਦੇ ਲੋਕਾਂ ਨੂੰ ਤੁਸੀਂ ਆਪਦੇ ਸਿਟੀਜ਼ਨ ਨੂੰ ਤਾਂ ਕੋਈ ਫੈਸਿਲਿਟੀ ਨਹੀਂ ਪ੍ਰੋਵਾਈਡ ਕਰ ਸਕੇ ਇੰਨੇ ਸਮੇਂ ਦੇ ਵਿੱਚ ਕੋਈ ਉਹਨਾਂ ਨੂੰ ਨੌਕਰੀ ਨਹੀਂ ਦੇ ਸਕਦੇ ਅੱਜ ਜ਼ਰੂਰਤ ਆ ਉਹਨਾਂ ਨੂੰ ਨੌਕਰੀਆਂ ਪ੍ਰੋਵਾਈਡ ਕਰਨ ਸੰਘਾ ਸਾਹਿਬ ਜਿਹੜਾ ਤਰਕ ਜਿਹੜਾ ਬੀਜੇਪੀ ਦਾ ਹੈ ਕਿ ਘੱਟ ਗਿਣਤੀਆਂ ਤੇ ਬਾਹਰਲੇ ਮੁਲਕਾਂ 'ਚ ਹੁੰਦੇ ਤਸ਼ੱਦਦ ਨੂੰ ਵੇਖਦੇ ਹੋਇਆ ਅਸੀਂ ਇਹ ਐਕਟ ਬਣਾਇਆ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੂੰ ਅਸੀਂ ਅਕੋਮੋਡੇਟ ਕਿੱਥੋਂ ਕਰਾਂਗੇ ਇਹਦਾ ਮਤਲਬ ਉਹਨਾਂ ਨੂੰ ਉਹਨਾਂ ਦੇ ਹਾਲਾਤਾਂ ਤੇ ਛੱਡ ਦਿੱਤਾ ਜਾਵੇ ਭਾਵੇਂ ਉਹ ਸਿੱਖ ਹੋਣ ਹਿੰਦੂ ਹੋਣ ਜਿਨ੍ਹਾਂ ਤੇ ਮੁਸਲਿਮ ਕੰਟਰੀਜ਼ ਦੇ ਵਿੱਚ ਤਸ਼ੱਦਦ ਹੁੰਦਾ ਬਿਲਕੁਲ ਹਾਲਾਤਾਂ ਤੇ ਨਹੀਂ ਛੱਡਣਾ ਚਾਹੀਦਾ ਪਰ ਇਹਦਾ ਵਿਦਆਊਟ ਐਨੀ ਹੋਮਵਰਕ ਜੇ ਤੁਸੀਂ ਇਸ ਤੋਂ ਪਹਿਲਾਂ ਵੀ ਇਹਨਾਂ ਨੇ ਇੱਕ ਵਨ ਲੈਂਗੁਏਜ ਵਨ ਨੇਸ਼ਨ ਕੀਤਾ ਸੀਗਾ ਅੰਡਰ ਆਰਟੀਕਲ 351 ਦੇਖੋ ਵਿਦਆਊਟ ਹੋਮਵਰਕ ਕੋਈ ਵੀ ਚੀਜ਼ ਕਰੋਗੇ ਉਹਦਾ ਤੁਹਾਨੂੰ ਰਿਜ਼ਲਟ ਇਸੇ ਤਰ੍ਹਾਂ ਹੀ ਤੁਹਾਡੇ ਸਾਹਮਣੇ ਆਊਗਾ ਅੱਜ ਹਿੰਦੁਸਤਾਨ ਦੀਆਂ 33 ਯੂਨੀਵਰਸਿਟੀਆਂ ਦੇ ਸਟੂਡੈਂਟ ਸੰਘਰਸ਼ ਤੇ ਆਏ ਹੋਏ ਆ ਇਹ ਕੋਈ ਹਾਲਾਤ ਥੋੜਾ ਬਣਦੇ ਤੁਸੀਂ ਯੂਨੀਵਰਸਿਟੀਆਂ ਦੇ ਵਿੱਚ ਵੜ ਕੇ ਉਹਨਾਂ ਸਟੂਡੈਂਟਸ ਨੂੰ ਕੁੱਟੋ ਲੜਕੀਆਂ ਨੂੰ ਕੁੱਟੀ ਜਾਂਦੇ ਆ ਪੁਲਿਸ ਪ੍ਰਸ਼ਾਸਨ ਸਾਰਾ ਮਤਲਬ ਕਿ ਦੇਖੋ ਵਿਦਆਊਟ ਹੋਮਵਰਕ ਇਹਨਾਂ ਨੇ ਬੀਜੇਪੀ ਨੇ ਜਿਹੜਾ ਇਹ ਲਿਆਂਦਾ ਬਿੱਲ ਅੱਜ ਹਿੰਦੁਸਤਾਨ ਬੜੇ ਇਕਨੋਮਿਕ ਕ੍ਰਾਈਸਿਸ ਦੇ ਵਿੱਚੋਂ ਗੁਜ਼ਰ ਰਿਹਾ ਆਰਥਿਕ ਮੰਦਹਾਲੀ ਦੇ ਵਿੱਚੋਂ ਗੁਜ਼ਰ ਰਿਹਾ ਇਹਦੀ ਲੋੜ ਕੀ ਸੀ ਲਿਆਉਣ ਦੀ ਪਹਿਲਾਂ ਇਹ ਕਲੀਅਰ ਕਰ ਦੇਣ ਵੀ ਐਡੀ ਐਮਰਜੈਂਸੀ ਕੀ ਸੀ ਹਾਂਜੀ ਢਿੱਲੋਂ ਸਾਹਿਬ ਇੰਨੀ ਐਮਰਜੈਂਸੀ ਕੀ ਸੀ ਕਈ ਤਰ੍ਹਾਂ ਵਾਕਈ ਸਵਾਲ ਚੁੱਕਦੀਆਂ ਨੇ ਕਿ ਹੋਮਵਰਕ ਬੜਾ ਜ਼ਰੂਰੀ ਸੀ ਜਿਹੜਾ ਨਹੀਂ ਕੀਤਾ ਗਿਆ ਜੀ ਮੈਂ ਬੜਾ ਵਿਸਥਾਰ ਨਾਲ ਸੁਣਿਆ ਸਾਰਿਆਂ ਦੀਆਂ ਗੱਲਾਂ ਹੋਮਵਰਕ ਵੀ ਕੀਤਾ ਗਿਆ ਔਰ ਐਮਰਜੈਂਸੀ ਦੇ ਵਿੱਚ ਬਿਲਕੁਲ ਨਹੀਂ ਲਿਆਂਦਾ ਗਿਆ ਮੈਂ ਪਹਿਲਾਂ ਵੀ ਤੁਹਾਡੀ ਡਿਬੇਟ ਦੇ ਵਿੱਚ ਦੱਸ ਚੁੱਕਾ ਕਿ 2017 ਦੇ ਵਿੱਚ ਇਹ ਬਿੱਲ ਪਹਿਲਾਂ ਵੀ ਆ ਚੁੱਕਾ ਲੋਕ ਸਭਾ ਦੇ ਵਿੱਚ ਪਾਸ ਹੋ ਗਿਆ ਰਾਜ ਸਭਾ ਦੇ ਵਿੱਚ ਬਹੁਮਤ ਨਾ ਹੋਣ ਕਰਕੇ ਇਸ ਬਿੱਲ ਨੂੰ ਮਨਜ਼ੂਰੀ ਨਹੀਂ ਮਿਲ ਸਕੀ ਇਸ ਕਰਕੇ ਵਾਪਸ ਆਇਆ ਔਰ ਹੁਣ ਦੁਬਾਰਾ ਜਦੋਂ ਮੈਜੋਰਟੀ ਦੇ ਵਿੱਚ ਆ ਕੇ ਇਹ ਦੁਬਾਰਾ ਬਿੱਲ 2019 ਦੇ ਵਿੱਚ ਪੇਸ਼ ਕੀਤਾ ਗਿਆ ਇਸ ਲਈ ਇਹਦੇ ਵਿੱਚ ਐਮਰਜੈਂਸੀ ਵਾਲੀ ਕੋਈ ਕਹਾਣੀ ਨਹੀਂ ਪਰ ਹੁਣ ਹਾਲਾਤ ਐਮਰਜੈਂਸੀ ਵਾਲੇ ਨੇ ਨਾ ਪੂਰੇ ਮੁਲਕ ਦੇ ਵਿੱਚ ਹੋ ਕੀ ਰਿਹਾ ਇਹ ਹਾਲਾਤਾਂ ਨੂੰ ਨਹੀਂ ਅਸੀਂ ਨਜ਼ਰਅੰਦਾਜ਼ ਕਰ ਸਕਦੇ ਮੈਂ ਉਹਦੇ ਤੇ ਵੀ ਬਿਆਨ ਕਰਦਾ ਪਹਿਲਾਂ ਇਹਨਾਂ ਦੀ ਗੱਲ ਦਾ ਜਵਾਬ ਦੇ ਲਾਂ ਦੂਜੀ ਜਿਹੜੀ ਇਹਨਾਂ ਨੇ ਗੱਲ ਕਹੀ ਵੀ ਇਹ ਲਿਆਂਦਾ ਕਿਉਂਕਿ ਡਿਮਾਂਡ ਨਹੀਂ ਸੀ ਹੈਗੀ 2003 ਦੇ ਵਿੱਚ NDA ਦੀ ਸਰਕਾਰ ਸੀ ਜਦੋਂ ਸਰਦਾਰ ਮਨਮੋਹਨ ਸਿੰਘ ਜੀ ਚਿੱਠੀ ਲਿਖਦੇ ਨੇ 18 ਦਸੰਬਰ 2003 ਨੂੰ LK ਅਡਵਾਨੀ ਹੋਮ ਮਿਨਿਸਟਰ ਆਫ ਇੰਡੀਆ ਨੂੰ ਔਰ ਉਸ ਚਿੱਠੀ ਦੇ ਵਿੱਚ ਮੰਗ ਕਰਦੇ ਨੇ ਕਿ ਬੰਗਲਾਦੇਸ਼ ਤੋਂ ਜਿਹੜੇ ਹਿੰਦੂ ਸ਼ਰਨਾਰਥੀ ਆਏ ਨੇ ਜਾਂ ਪਾਕਿਸਤਾਨ ਤੋਂ ਜਿਹੜੇ ਹਿੰਦੂ ਸਿੱਖ ਸ਼ਰਨਾਰਥੀ ਸਾਡੇ ਕੋਲ ਸ਼ਰਨ ਲੈ ਕੇ ਆਏ ਨੇ ਉਹਨਾਂ ਨੂੰ ਅਕੋਮੋਡੇਟ ਕੀਤਾ ਜਾਵੇ ਉਹਨਾਂ ਨੂੰ ਸਿਟੀਜ਼ਨਸ਼ਿਪ ਜਿਹੜੀ ਆ ਉਹ ਦਿੱਤੀ ਜਾਵੇ ਇਹ ਡਾਕਟਰ ਮਨਮੋਹਨ ਸਿੰਘ ਦੀ ਚਿੱਠੀ 2003 ਦੇ ਵਿੱਚ ਹੈ ਦਸੰਬਰ 14 ਦੀ ਜੀ ਉਸ ਤੋਂ ਬਾਅਦ CPI ਜਿਹੜਾ ਅੱਜ ਸਭ ਤੋਂ ਵੱਧ ਰੌਲਾ ਪਾਉਂਦੀ ਪਈ ਆ CPI ਦੇ ਲੀਡਰ ਪ੍ਰਕਾਸ਼ ਕਰਾਤ ਨੇ ਮੰਗ ਕੀਤੀ ਲਿਖਤੀ ਰੂਪ ਦੇ ਵਿੱਚ ਉਸੇ ਸਮੇਂ ਦੇ ਉੱਤੇ ਹੀ ਔਰ ਉਸ ਤੋਂ ਬਾਅਦ ਉਹਨਾਂ ਨੇ ਮੰਗ UPA ਦੀ ਸਰਕਾਰ ਦੇ ਵੇਲੇ ਵੀ ਕੀਤੀ ਕੀ ਉਹਨਾਂ ਦੀਆਂ ਮੰਗਾਂ ਦੇ ਵਿੱਚ ਸ਼ਾਮਲ ਸੀ ਕਿ ਮੁਸਲਮ ਨੂੰ ਸ਼ਾਮਲ ਨਾ ਕਰੋ ਉਹਨਾਂ ਦੀਆਂ ਮੰਗਾਂ ਦੇ ਵਿੱਚ ਸ਼ਾਮਲ ਸੀਗਾ ਕਿ ਮਿਨੋਰਟੀਆਂ CPI ਦੇ ਮੰਗਾਂ ਦੇ ਵਿੱਚ ਸ਼ਾਮਲ ਸੀ ਕਿ ਮੁਸਲਮ ਭਾਈਚਾਰੇ ਨੂੰ ਸ਼ਾਮਲ ਨਾ ਕਰੋ ਉਹਨਾਂ ਦੀ ਮੰਗ ਦੇ ਵਿੱਚ ਸ਼ਾਮਲ ਸੀ ਕਿ ਮਾਈਨੋਰਟੀਜ਼ ਦੇ ਉੱਪਰ ਜਿਹੜਾ ਤਸ਼ੱਦਦ ਹੋ ਰਿਹਾ ਹੈ ਉਹ ਇੱਥੋਂ ਭੱਜ ਕੇ ਸਾਡੇ ਕੋਲ ਸ਼ਰਨ ਲੈਣ ਲਈ ਆਏ ਨੇ ਉਹਨਾਂ ਨੂੰ ਪਲੀਜ਼ ਅਕੋਮੋਡੇਟ ਕੀਤਾ ਜਾਵੇ ਇਹ ਉਹਨਾਂ ਦੀ ਮੰਗ ਸੀਗੀ ਹੁਣ ਮਾਈਨੋਰਟੀਜ਼ ਕੌਣ ਨੇ ਹਿੰਦੂ ਸਿੱਖ ਬੌਧ ਪਾਰਸੀ ਈਸਾਈ ਔਰ ਜੈਨ ਇਹ ਸਾਰੇ ਧਰਮ ਜਿਹੜੇ ਆ ਉੱਥੇ ਮਾਈਨੋਰਟੀਜ਼ ਹੈ ਮੁਸਲਿਮ ਉੱਥੇ ਮੈਜੋਰਟੀ 'ਚ ਹੈ ਹੁਣ ਬੰਗਲਾਦੇਸ਼ ਪਾਕਿਸਤਾਨ ਅਫਗਾਨਿਸਤਾਨ ਇਹਨਾਂ ਤਿੰਨਾਂ ਦੇ ਵਿੱਚੋਂ ਜਿਹੜੇ ਆਉਣੇ ਸਪਸ਼ਟ ਸਾਡਾ ਬਿੱਲ ਕਹਿੰਦਾ ਪਿਆ ਇਹ ਜਾਣ ਕੇ ਲੋਕਾਂ ਨੂੰ ਹੌਚ-ਪੌਚ ਕਰਕੇ ਦਿਖਾਉਣ ਦੀ ਕੋਸ਼ਿਸ਼ ਆਪੋਜੀਸ਼ਨ ਵੱਲੋਂ ਕੀਤੀ ਜਾਂਦੀ ਹੈ ਸਾਹਿਬ ਇਹ ਲੋਕ ਫਿਰ ਕਿਉਂ ਨਹੀਂ ਸਮਝ ਪਾ ਰਹੇ ਇਹ ਤੁਸੀਂ ਗੱਲਾਂ ਤਾਂ ਬੜੇ ਸਪਸ਼ਟ ਕਹਿ ਰਹੇ ਹੋ ਇਹ ਲੋਕ ਕਿਉਂ ਨਹੀਂ ਸਮਝ ਪਾ ਰਹੇ ਜਿਹੜੇ ਲੋਕ ਸੜਕਾਂ ਤੇ ਉਤਰੇ ਨੇ ਕਿ ਇਹ ਸਾਰੇ ਕਾਂਗਰਸੀ ਨੇ ਜਾਂ ਆਮ ਆਦਮੀ ਪਾਰਟੀ ਵਾਲੇ ਨੇ ਜਾਂ CPI ਦੇ ਇਹ ਕੱਚ ਘਰੜਾ ਗਿਆਨ ਲੈ ਕੇ ਜਦੋਂ ਸਾਡੇ ਇੱਥੇ ਕੁਝ
ਡਿਜ਼ਾਈਨਰ ਜਿਹੜੇ ਹੈਗੇ ਨੇ, ਕੁਝ ਪੱਤਰਕਾਰ ਔਰ ਕੁਝ ਜਿਹੜੇ ਆਪੋਜੀਸ਼ਨ ਦੇ ਲੀਡਰ, ਜਿਨ੍ਹਾਂ ਨੇ ਬਿਲਕੁਲ ਇਹਨੂੰ ਪੜਿਆ ਨਹੀਂ, ਇਹਦੀ ਡਿਟੇਲਸ ਦੇ ਉੱਤੇ ਗੌਰ ਨਹੀਂ ਕੀਤਾ, ਹਿੰਦੁਸਤਾਨ ਦੀ ਜਿਹੜੀ ਅਸਲੀਅਤ ਆ ਉਹਨੂੰ ਨਹੀਂ ਸਮਝਿਆ, ਔਰ ਇਹੋ ਜਿਹਾ ਲੈ ਕੇ ਪਬਲਿਕ ਦੇ ਵਿੱਚ। ਚਲੋ ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਮੈਂ ਜਸਮੀਤ ਕੋਲ ਜਾਣਾ, ਸਟੂਡੈਂਟਸ ਨੂੰ ਕਿਉਂ ਟਾਰਗੇਟ ਕੀਤਾ ਗਿਆ? ਮੈਂ ਉਹੀ ਸਮਝਣਾ ਚਾਹੁੰਦਾ ਨਾ, ਤੁਸੀਂ ਕਹਿ ਰਹੇ ਹੋ ਕਿ ਘੱਟ ਪੜ੍ਹਦੇ ਨੇ, ਮੈਨੂੰ ਤਾਂ ਇਹ ਲੱਗਦਾ ਸੀ ਕਿ ਯੂਨੀਵਰਸਿਟੀਆਂ 'ਚ ਪੜਨ ਵਾਲੇ ਵਿਦਿਆਰਥੀ ਬੜੇ ਸਿਆਣੇ ਹੁੰਦੇ ਨੇ, ਉਹਨਾਂ ਨੂੰ ਮੌਕਾ ਹੀ ਨਹੀਂ ਦਿੱਤਾ ਪੜਨ ਦਾ। ਉਹਨਾਂ ਨੂੰ ਮੌਕਾ ਹੀ ਨਹੀਂ ਦਿੱਤਾ ਪੜਨ ਦਾ। ਇਹਨਾਂ ਨੇ ਲਿਆ ਕੇ ਜੋ ਅੱਗ ਲਾਈ ਹੈ, ਜੋ ਅੱਗ ਲਾਈ ਹੈ, ਔਰ ਇਹਨਾਂ ਨੇ ਬਿੱਲੀ ਨਾ ਪੜਿਆ ਹੋਵੇ, ਦੇਸ਼ ਜੇ ਅੱਜ ਸੜਦਾ ਪਿਆ ਤਾਂ ਇਹਨਾਂ ਦੇ ਕਰਕੇ ਹੈ, ਕਾਂਗਰਸ ਔਰ ਆਮ ਆਦਮੀ ਪਾਰਟੀ ਔਰ ਸੀਪੀਆਈ। ਮੈਂ ਤੁਹਾਡੇ ਟੀਵੀ ਚੈਨਲ ਤੇ ਬੇਨਤੀ ਕਰਦਾ, ਢਿੱਲੋਂ ਸਾਹਿਬ ਨੂੰ ਆਪਣੇ ਚੰਡੀਗੜ੍ਹ ਦੇ ਵਿੱਚ ਪ੍ਰੋਟੈਸਟ ਹੋ ਰਿਹਾ, ਤੁਸੀਂ ਮੇਰੇ ਨਾਲ ਚੱਲੋ, ਆਪਾਂ ਸਟੂਡੈਂਟਸ ਨੂੰ ਸਮਝਾ ਲੈਂਦੇ। ਹੁਣ ਚੱਲੋ ਨਾਲ ਜਿੱਥੇ ਪ੍ਰੋਟੈਸਟ ਹੁੰਦਾ, ਜੇ ਤੁਸੀਂ ਇੰਨੇ ਕੌਨਫੀਡੈਂਟ ਹੈ ਚੱਲੋ ਨਾਲ ਯੂਨੀਵਰਸਿਟੀ ਆਪਾਂ ਚੱਲਦੇ ਹਾਂ, ਉੱਥੇ ਜਾ ਕੇ ਸਮਝਾ ਲੈਂਦੇ ਮੈਂ ਕੌਨਫੀਡੈਂਟ ਹਾਂ, ਔਰ ਮੈਂ ਕੱਲ ਯੂਨੀਵਰਸਿਟੀ ਜਾ ਕੇ ਆਇਆ ਤੁਹਾਡੀ ਨੌਲੇਜ ਵਾਸਤੇ। ਔਰ ਅੱਜ ਆਪਾਂ ਪ੍ਰੋਟੈਸਟ ਨੇ, ਪ੍ਰੋਫੈਸਰ ਪ੍ਰੋਟੈਸਟ ਕਰ ਰਹੇ ਆ। ਅਰੇ ਪ੍ਰੋਫੈਸਰ ਮਨਜੀਤ ਸਿੰਘ ਤਾਂ ਵੈਸੇ ਹੀ ਅੱਗ ਲਾਉਣ ਨੂੰ ਤਿਆਰ ਰਹਿੰਦੇ ਨੇ ਹਰ ਵੇਲੇ, ਉਹ ਕਦਾ ਪ੍ਰੋਟੈਸਟ ਕਰ ਰਹੇ ਨੇ? ਉਹ ਤਾਂ ਹਮੇਸ਼ਾ ਆਪਾਂ ਇੱਕ ਹੀ ਕਰਕੇ ਇੱਕ ਜਸਮੀਤ ਕੋਲ ਚੱਲਦੇ। ਜਸਮੀਤ, ਤੁਹਾਡੇ ਨਾਲ ਮੈਨੂੰ ਕੁਝ ਲੋਕ ਵੀ ਲੱਗ ਰਹੇ ਨੇ ਜਿਹੜੇ ਪ੍ਰੋਟੈਸਟ ਤੋਂ ਸ਼ਾਇਦ ਆਏ ਨੇ ਜਾਂ ਆਮ ਦਿੱਲੀ ਵਾਸੀ ਨੇ, ਤੁਹਾਡੇ ਕੋਲ ਕੀ ਅਪਡੇਟ ਹੈ? ਬਿਲਕੁਲ ਹਰਪ੍ਰੀਤ, ਸਾਡੇ ਨਾਲ ਕੁਝ स्टूडेंट्स भी ने जो दिल्ली वासी ने अलग अलग मौजूद ने जो प्रोटेस्ट तो वापस आए ने। सुबह से प्रोटेस्ट चल रहा है, हालांकि सरकार ने आश्वासन दिया कि जो नागरिक हैं उनको कोई खतरा नहीं है, पर फिर भी ऐसी तस्वीरें देश से निकलकर सामने आ रही हैं। सरकार ने जो आश्वासन दिया कि जो नागरिक हैं उसको खतरा नहीं है, तो फिर सरकार ये क्यों कह रही है कि सीएए में मतलब मुसलमान को छोड़कर सभी धर्म को मिलेगा सम्मान, नागरिकता मिलेगी, मुसलमान को कहाँ मिलेगी? अब ये कह रहे हैं कि मैं पहचानता हूँ, कपड़ों के हिसाब से वो इंसान का चयन कर रहे हैं। जो जामिया इलाके की बात की जाए, वो हालात भी एक तरह से एक अलग तस्वीर जो है जो पेश कर रहे हैं, विरोध प्रदर्शन की, आगजनी की जो घटनाएं या ऐसी हिंसक वारदातें। देखिए, अभी जो हिंसा की वहाँ की बात हो रही है, वो दिल्ली पुलिस वालों की कुछ तस्वीरें शेयर हो रही है सोशल मीडिया पे, आप लोगों ने भी देखा है। हम वहाँ के जेएनयू के जितने भी छात्र थे, एमयू के जामिया के, सब लोग पीसफुल मार्च कर रहे थे, ठीक है। कहीं से कोई आवाज़ आई, एकदम से पुलिस वाले दौड़ के आए। आगजनी कहाँ होती है? अपोलो के पास। और लाठीचार्ज कहाँ हुई? जामिया में, हॉस्टलों में घुस करके बच्चों को मारा है। दिल्ली पुलिस की सख्ती भी नजर आई, और स्टूडेंटों ने आज की बात की जाए, आज संयम बना कर रखा। सर, आज तो बहुत ही शांतिपूर्ण से हुआ। हम लोग सुबह से यहाँ जो धरना पे हम लोग हैं, किसी तरह का कोई दिक्कत नहीं हुआ, कोई परेशानी नहीं हुआ। हम लोग सुबह से ही शांतिपूर्वक पूरा धरना दे रहे हैं हम लोग, और हम लोगों का सरकार से यही मांग है कि जो उन्होंने जो ਕਾਨੂੰਨ ਲਾਗੂ ਕੀਤਾ ਹੈ ਉਸਕੋ ਵਾਪਸ ਲੈ। ਚਲੋ ਮੈਂ ਆਨਾ ਜਸਮੀਤ ਤੁਹਾਡੇ ਕੋਲ, ਮੈਂ ਪੈਰਲਲ ਗਰਗ ਸਾਹਿਬ ਤੁਹਾਡੇ ਕੋਲ ਜਾਣਨਾ ਚਾਹਨਾ, ਕੋਈ ਤਸਵੀਰਾਂ ਅਜਿਹੀਆਂ ਵੀ ਸਾਹਮਣੇ ਆਈਆਂ ਨੇ, ਅਸੀਂ ਇੱਕ ਪਾਸੇ ਦੀ ਤਸਵੀਰਾਂ ਦਿਖਾ ਰਹੇ ਹਾਂ, ਕੋਈ ਤਸਵੀਰਾਂ ਸਾਡੇ ਕੋਲ ਇਹ ਵੀ ਆਈਆਂ ਨੇ ਕਿ ਜਿਹੜੇ ਲੋਕ ਵਿਰੋਧ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਨੇ, ਉਹਨਾਂ ਤੋਂ ਜਦੋਂ ਪੁੱਛਿਆ ਜਾਂਦਾ ਵੀ ਇਹ ਹੈ ਕੀ ਹੈ ਬਿੱਲ ਜਾਂ ਐਕਟ ਕੀ ਹੈ, ਉਹਨਾਂ ਨੂੰ ਨਹੀਂ ਪਤਾ। ਇਹ ਕਿਸ ਦੇ ਖਿਲਾਫ ਹੈ, ਉਹਨਾਂ ਨੂੰ ਨਹੀਂ ਪਤਾ। ਇਹ ਕਿਸ ਤੇ ਇਫੈਕਟਿਵ ਰਹੇਗਾ, ਉਹਨਾਂ ਨੂੰ ਨਹੀਂ ਪਤਾ। ਇਹਦਾ ਮਤਲਬ ਕਿਤੇ ਨਾ ਕਿਤੇ ਜਦੋਂ ਵੀ ਅਜਿਹਾ ਕੁਝ ਹੁੰਦਾ ਤੇ ਵਿਰੋਧੀ ਧਿਰਾਂ ਲਾਹਾ ਤਾਂ ਲੈਣਾ ਚਾਹੁੰਦੀਆਂ ਨੇ, ਭਾਵੇਂ ਉਹ ਬੀਜੇਪੀ ਹੋਵੇ, ਕਾਂਗਰਸ ਹੋਵੇ, ਜਿਹੜੀ ਮਰਜ਼ੀ XYZ ਪਾਰਟੀ ਹੋਵੇ, ਉਹ ਵੀ ਚਾਹੁੰਦੀਆਂ ਨੇ ਕਿ ਸਾਨੂੰ ਥੋੜਾ ਜਿਹਾ ਲਾਹਾ ਮਿਲੇ। ਇਹਦਾ ਦੇਖੋ, ਜਿਸ ਤਰ੍ਹਾਂ ਕਿ ਸਾਡੇ ਮੁਲਕ ਦਾ ਨਾ ਪਿਛਲੇ 20-25 ਸਾਲਾਂ 'ਚ ਇਹ ਹੋ ਗਿਆ ਕਿ ਤੁਸੀਂ ਲੋਕਾਂ ਨੂੰ ਗਿਆਨਹੀਨ ਰੱਖੋ, ਲੋਕਾਂ ਨੂੰ ਪਤਾ ਹੀ ਨਹੀਂ ਲੱਗਣ ਦਿਓ। ਪੜ੍ਹਾਈ ਦਾ ਮਾੜਾ ਹਾਲ ਕਰਕੇ, ਹੋਰ ਕਰਕੇ, ਇਹ ਤਾਂ ਆਪਾਂ ਕਹਿੰਦੇ ਵੀ ਲੋਕਾਂ ਨੂੰ ਨਹੀਂ ਪਤਾ। ਮੈਂ ਵੀ ਡਿਊ ਰਿਕਾਰਡ ਕਹਿਣਾ, ਪੋਲੀਟੀਕਲ ਪਾਰਟੀਆਂ ਦੀ ਇੰਟਰਵਿਊ ਕਰ ਲਓ, ਉਹਨਾਂ ਨੂੰ ਪੁੱਛ ਲਓ ਵੀ ਤੁਸੀਂ ਕਿੰਨਿਆਂ ਨੇ ਪੜ੍ਹਿਆ। ਸੋ ਉਹ ਤਾਂ ਪਹਿਲੇ ਲੀਡਰ ਨੇ ਨਾ। ਅੱਜ ਹੀ ਅਸੀਂ ਕਾਨਫਰੰਸ ਕਰ ਰਹੇ ਸੀ, ਬੜੇ ਵੱਡੇ ਪੋਲੀਟੀਕਲ ਲੀਡਰਾਂ ਨੂੰ ਇਹ ਨਹੀਂ ਪਤਾ ਸੀ ਵੀ ਗ੍ਰਾਮ ਸਭਾ ਤੇ ਗ੍ਰਾਮ ਪੰਚਾਇਤ 'ਚ ਕੀ ਫਰਕ ਹੈ। ਸੋ ਇਸ ਕਰਕੇ ਇੱਥੇ ਚੈਨਲ ਤੇ ਤੁਹਾਡੇ 'ਚ ਹੋਇਆ ਸੀ, ਉਹ ਬਾਰ-ਬਾਰ ਗ੍ਰਾਮ ਪੰਚਾਇਤ ਕਹੀ ਜਾਂਦੇ ਨੇ, ਔਰ ਪਾਰਟੀ ਜਿਹੜੀ 10 ਸਾਲ ਲਗਾਤਾਰ ਰਾਜ ਕਰਦੀ ਸੀ। ਸੋ ਸਾਡੇ ਜਿਹੜਾ ਗਿਆਨ ਦਾ ਸਵਾਲ ਹੈ, ਸਾਡਾ ਗਿਆਨ ਦਾ ਸੋਮਾ ਸੀ ਸਾਡਾ ਦੇਸ਼, ਅਸੀਂ ਐਡੇ ਗ੍ਰੰਥ ਇੱਥੇ ਰਚੇ ਗਏ ਨੇ, ਪਰ ਅੱਜ ਸਾਡਾ ਗਿਆਨ ਦੀ ਬਜਾਏ ਅਸੀਂ ਭੀੜ ਤੰਤਰ 'ਚ ਬਦਲ ਰਹੇ ਹਾਂ। ਉਹ ਭੀੜ ਤੰਤਰ ਕਰਕੇ, ਪਰ ਇੱਕ ਗੱਲ ਪੱਕੀ ਹੈ, ਕੁਝ ਲੋਕ ਜਿਨ੍ਹਾਂ ਨੂੰ ਇਹ ਪਤਾ, ਜਿਹੜੀ 2-3 ਗੱਲਾਂ ਮੋਟੀਆਂ ਨੇ ਜੀ, ਉਹ ਮੋਟੀਆਂ ਗੱਲਾਂ ਇਹ ਨੇ ਕਿ ਕਿਉਂਕਿ ਉਹਨਾਂ ਦੇ ਨਾਲ ਦੇ ਕਹਿੰਦੇ ਨੇ ਵੀ ਇਹ ਹੋ ਜਾਊਗਾ, ਇਹ ਠੀਕ ਹੈ। ਸਾਡੇ ਦੇਸ਼ ਦੇ ਵਿੱਚ ਜਦ ਦੇਸ਼ ਦੀ ਵੰਡ ਹੋਈ, 2 ਦੇਸ਼ ਬਣੇ, ਵੈਸੇ ਤਾਂ ਕਈ ਬਣ ਗਏ ਉਹਦੇ 'ਚ ਟੋਟੇ ਟਾਟੇ। ਉਹ ਦੋਹਾਂ ਦੇਸ਼ਾਂ ਦੇ ਵਿੱਚ ਇੱਕ ਦੇਸ਼ ਬਣਿਆ ਧਰਮ ਦੇ ਨਾਂ ਤੇ, ਥੀਓਕ੍ਰੈਟਿਕ ਸਟੇਟ। ਬਿਲਕੁਲ ਠੀਕ। ਸਾਡੇ ਮੁਲਕ ਨੇ ਚੇਤਨ ਤੌਰ ਤੇ ਚੁਣਿਆ ਕਿ ਅਸੀਂ ਥੀਓਕ੍ਰੈਟਿਕ ਸਟੇਟ ਨਹੀਂ ਬਣਨਾ। ਸਾਡਾ ਸੰਵਿਧਾਨ ਲਿਖਿਆ ਗਿਆ, ਸੰਵਿਧਾਨ ਦੇ ਆਰਟੀਕਲ 5 ਤੋਂ ਲੈ ਕੇ 11 ਤੱਕ ਨਾਗਰਿਕਤਾ ਦਾ ਫੈਸਲਾ ਹੈ। ਬਾਹਰੋਂ ਆਏ ਨੂੰ, ਇੱਥੇ ਜੰਮੇ ਨੂੰ, ਪਾਕਿਸਤਾਨ 'ਚੋਂ ਆਏ ਨੂੰ, ਅਨਡਿਵਾਈਡਡ ਇੰਡੀਆ ਵਾਲੇ ਨੂੰ, ਬ੍ਰਹਮਾ ਵਾਲੇ ਨੂੰ ਕਿਵੇਂ ਦੇਣੀ ਹੈ। ਉਹ ਨਾਗਰਿਕਤਾ ਦੇਣ ਵਾਸਤੇ ਕਿਤੇ ਵੀ ਆਧਾਰ ਧਰਮ ਨਹੀਂ ਹੈ, ਕਿਉਂਕਿ ਸਾਡਾ ਦੇਸ਼ ਸੈਕੂਲਰ ਹੈ। ਅੱਜ ਸਭ ਤੋਂ ਵੱਡੀ ਸੱਟ
ਸਾਡੀ ਬੇਸਿਕ ਸਟਰਕਚਰ ਆ ਜਿਹੜੀ ਕਨਸਟੀਟਿਊਸ਼ਨ ਦੀ, ਜਿਹੜੀ ਕੇਸ਼ਵਨਾਥ ਭਾਰਤੀ ਕੇਸ ਦੇ ਵਿੱਚ ਸੁਪਰੀਮ ਕੋਰਟ ਨੇ ਹੋਲਡ ਕਰੀ ਹੈ, ਉਹ ਬੇਸਿਕ ਸਟਰਕਚਰ ਤੇ ਸੱਟ ਵੱਜੀ ਹੈ ਕਿ ਅੱਜ ਅਸੀਂ ਜਿਹੜੇ ਬਾਹਰੋਂ ਆਏ ਨੇ ਉਹਨੂੰ ਪੜਤਾੜਤ ਕਹੀਏ, ਉਹਨੂੰ ਕੱਢੇ ਹੋਏ ਕਹੀਏ, ਉਹਨੂੰ ਜਸੂਸ ਕਹੀਏ, ਜੋ ਵੀ ਕਹਿੰਦੇ ਆ, ਜਿਹੜੇ ਬਾਹਰੋਂ ਆਏ ਨੇ ਰਿਫਿਊਜੀ, ਉਹਨਾਂ ਨੂੰ ਅਸੀਂ ਧਰਮ ਦੇ ਆਧਾਰ ਤੇ ਨਾਗਰਿਕਤਾ ਦੇਵਾਂਗੇ। ਜਦ ਅਸੀਂ ਬਾਹਰੋਂ ਆਇਆਂ ਨੂੰ ਧਰਮ ਦੇ ਆਧਾਰ ਤੇ ਨਾਗਰਿਕਤਾ ਦਾ ਫੈਸਲਾ ਕਰਤਾ ਤੇ ਫਿਰ ਅੰਦਰ ਵਾਲਿਆਂ ਨੂੰ ਕੌਣ ਰੋਕੂਗਾ ਵੀ ਧਰਮ ਦੇ ਆਧਾਰ ਤੇ ਕਰਨ ਤੋਂ? ਅਸੀਂ ਬਿਨਾਂ ਇਹ ਆਧਾਰ ਤੇ ਹੋਏ ਤੋਂ, ਅਸੀਂ ਬਿਨਾਂ ਇਸ ਆਧਾਰ ਦੇ ਹੋਏ ਤੋਂ ਇਸ ਆਜ਼ਾਦ ਮੁਲਕ ਦੇ ਵਿੱਚ 1984 ਦੇਖੀ ਹੈ, ਅਸੀਂ 2002 ਦੇਖਿਆ। ਉਦੋਂ ਤਾਂ ਇਹ ਆਧਾਰ ਵੀ ਨਹੀਂ ਸੀ, ਔਰ ਜਦ ਇਹ ਆਧਾਰ ਵੀ ਬਣ ਗਿਆ ਫਿਰ ਤਾਂ ਭੀੜ ਤੰਤਰ ਕੁਝ ਵੀ ਕਰੇਗੀ। ਸੋ ਇਹ ਅਸੀਂ ਜਿਹੜੇ ਮੁਲਕ ਨੇ ਇੰਨੀਆਂ ਕੁਰਬਾਨੀਆਂ ਦੇ ਕੇ ਆਜ਼ਾਦੀ ਲਈ ਐਡਾ ਵੱਡਾ ਸੰਵਿਧਾਨ ਬਣਾਇਆ, ਇੱਕ ਤਾਂ ਉਹਦੀ ਜੜ ਦੇ ਉੱਤੇ, ਬਾਕੀ ਤਾਂ ਚਲੋ ਉੱਤੇ ਹੁੰਦਾ ਹੈ। ਜਿਹੜਾ ਤਰਕ ਹੈ, ਜਿਹੜਾ ਤੁਸੀਂ ਕਹਿ ਰਹੇ ਹੋ ਕਿ ਖਾਸ ਫਿਰਕੇ ਨੂੰ ਕੀਤਾ ਗਿਆ, ਬੀਜੇਪੀ ਇਹ ਤਰਕ ਦਿੰਦੀ ਹੈ ਕਿ ਇਹ ਬਿੱਲ ਜਿਹੜਾ ਹੈਗਾ ਜਾਂ ਐਕਟ ਹੈਗਾ, ਇਹ ਘੱਟ ਗਿਣਤੀਆਂ ਨੂੰ ਧਿਆਨ ਦੇ ਵਿੱਚ ਰੱਖ ਕੇ ਬਣਾਇਆ ਗਿਆ ਕਿ ਘੱਟ ਗਿਣਤੀਆਂ ਦੇ ਹੱਕ ਹਕੂਕ ਬਚ ਸਕਣ, ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਖਾਸ ਤੌਰ ਤੇ ਅਫਗਾਨਿਸਤਾਨ, ਬੰਗਲਾਦੇਸ਼, ਪਾਕਿਸਤਾਨ ਦੇ ਵਿੱਚ ਤਸ਼ੱਦਦ ਦਾ ਸ਼ਿਕਾਰ ਹੁੰਦੇ ਨੇ, ਉਹਦੇ ਵਿੱਚ ਮੁਸਲਿਮ ਭਾਈਚਾਰਾ ਨਹੀਂ ਆਂਦਾ, ਇਸ ਕਰਕੇ ਸ਼ਾਮਲ ਨਹੀਂ ਕੀਤਾ ਗਿਆ। ਉੱਥੇ ਮੁਸਲਿਮ ਭਾਈਚਾਰਾ ਜਿਹੜੇ ਸ਼ੀਆ ਤੇ ਸੁਨੀ ਦਾ ਝਗੜਾ ਹੈ, ਜਿਹੜੇ ਅਹਿਮਦੀਆਂ ਦਾ ਝਗੜਾ ਹੈ, ਅਹਿਮਦੀ ਤਾਂ ਇੱਥੇ ਕਾਦੀਆਂ ਦੇ ਵਿੱਚ ਅਹਿਮਦੀ ਬੈਠੇ ਨੇ। ਸੋ ਇਹ ਨਹੀਂ ਹੈ ਤਾਮਿਲਨਾਡੂ ਵਾਲਿਆਂ ਦਾ ਕੀ ਹੈ, ਘੱਟ ਗਿਣਤੀਆਂ ਚਾਹੁੰਦੇ ਆ। ਮੈਂ ਅਹਿਮਦੀ ਤਾਂ ਘੱਟ ਗਿਣਤੀਆਂ 'ਚ ਨੇ, ਅਹਿਮਦੀਆਂ ਘੱਟ ਗਿਣਤੀਆਂ 'ਚ ਨੇ, ਸ਼ੀਆ ਸੁਨੀ 'ਚ ਵੀ ਘੱਟ ਗਿਣਤੀਆਂ ਨੇ, ਕਿਉਂਕਿ ਜਿਹੜੀ ਤਾਕਤ ਦੇ ਵਿੱਚ ਸਰਕਾਰ ਹੈ ਉਹ ਦੂਜੀ ਦੇ ਉੱਤੇ ਹਮਲਾ ਕਰ ਰਹੀ ਹੈ। ਸੋ ਇਹ ਨਹੀਂ ਅਸੀਂ ਕਹਿ ਸਕਦੇ ਵੀ ਇਹ ਘੱਟ ਗਿਣਤੀਆਂ ਦੇ ਉੱਤੇ, ਇਹ ਕਹਿਣ ਦੀ ਗੱਲ ਹੈ। ਕਹਿਣ ਨੂੰ ਤਾਂ ਇੱਕ ਮਿੰਟ ਲੋ ਸਾਹਿਬ, ਮੈਂ ਦੇਣਾ ਤੁਹਾਨੂੰ ਟਾਈਮ, ਮੈਨੂੰ ਕਹਿਣ ਨੂੰ ਇਹ ਗੱਲ ਕਰੀ ਗਈ ਹੈ, ਬਲਕਿ ਮੈਨੂੰ ਤਾਂ ਇਹਦੇ 'ਚ ਇੱਕ ਹੋਰ ਵੀ ਲੱਗਦਾ ਹੈ ਵੀ ਇਸ ਮੌਕੇ ਦੇ ਉੱਤੇ 370 ਬਾਲਾਕੋਟ ਦੇ ਨਾਲ ਚੋਣਾਂ ਜਿੱਤੀਆਂ, 370 ਲਾ ਕੇ ਜ਼ੋਰ ਲਗਾ ਲਿਆ, ਹਰਿਆਣਾ ਤੇ ਮਹਾਰਾਸ਼ਟਰ 'ਚ ਹਾਰ ਗਏ। ਹੁਣ ਕੋਈ ਤਰੀਕਾ ਸੀ ਆਹ ਐਕਟ ਲਿਆਂਦਾ, ਉਹਦੇ ਨਾਲ ਜਿਹੜਾ ਨਾਰਥ ਈਸਟ 'ਚ ਐਡੀ ਵੱਡੀ ਜਿਹੜੇ ਪ੍ਰਦਰਸ਼ਨ ਹੋ ਰਹੇ ਨੇ ਉੱਥੇ, ਕਿਉਂਕਿ ਉੱਥੇ ਹਿੰਦੂ ਮੁਸਲਮਾਨ ਦਾ ਮਸਲਾ ਹੀ ਨਹੀਂ, ਉਹ ਤਾਂ ਅਸਾਮੀ ਗੈਰ ਅਸਾਮੀ, ਉਹ ਕਹਿੰਦੇ ਅਸੀਂ ਮਿਨੋਰਟੀ 'ਚ ਹੋ ਜਾਵਾਂਗੇ। ਉਹਨਾਂ ਦਾ ਝਗੜਾ ਹੈ, ਉਹ ਤਾਂ ਉਹਦੇ ਨਾਲ ਤਾਂ ਡਿਵਾਈਡ ਬਣਦਾ ਨਹੀਂ ਸੀ। ਇਸ ਕਰਕੇ ਜਿਹੜਾ ਜਾਮੀ ਮਿਲੀਆ ਵਾਲਾ ਹੈ, ਇਹਨੂੰ ਮੈਨੂੰ ਇਹ ਵੀ ਲੱਗਦਾ ਕਿਉਂਕਿ ਸ਼ਰਾਰਤੀ ਅੰਸਰ ਫੜੇ ਗਏ ਨੇ ਉੱਥੇ, ਪੁਲਿਸ ਆਪ ਕਹਿੰਦੀ ਵੀ ਜਿਹੜੇ 10 ਬੰਦੇ ਫੜੇ ਨੇ ਉਹ ਸਟੂਡੈਂਟ ਹੈ ਨਹੀਂ ਨੇ, ਉਹ ਸਟੂਡੈਂਟ ਨਹੀਂ, ਗੈਰ ਬੰਦੇ ਨੇ। ਫਿਰ ਉਹ ਇਸ਼ਾਰਾ ਸਿਆਸਤ ਦਾ ਹੁੰਦਾ, ਉਹ ਇਸ਼ਾਰਾ ਸਿਆਸਤ ਦਾ ਹੈ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਇੱਥੇ ਅੱਗ ਜਨੀ ਕਰਾਈ ਜਾਵੇ। ਇੱਥੇ ਮੈਂ ਸਟੂਡੈਂਟ ਲੀਡਰ ਰਿਹਾ, ਕੋਈ ਸਟੂਡੈਂਟ ਲੀਡਰ ਇਹ ਕੋਸ਼ਿਸ਼ ਨਹੀਂ ਕਰਦਾ ਕਿ ਮਾਹੌਲ ਖਰਾਬ। ਹਾਂ, ਗਿਆਨੀ ਜੈਲ ਸਿੰਘ ਦੀ ਸਰਕਾਰ ਸੀ, ਅਸੀਂ ਐਜੂਕੇਸ਼ਨ ਕਰ ਰਹੇ ਸੀ, ਮੈਡੀਕਲ ਕਾਲਜ 'ਚ ਮੈਂ ਫਾਈਨਲ ਈਅਰ ਦੇ ਵਿੱਚ ਸੀਗਾ, ਤੇ ਉਹ ਜਦ ਪੁਲਿਸ ਨੇ ਸਾਡੇ ਤੇ ਗੋਲੇ ਸੁੱਟੇ ਉਹਦੇ ਟੀਅਰ ਗੈਸ ਦੇ, ਅਸੀਂ ਉਹਦਾ ਚੁੱਕ ਕੇ ਉਹਨਾਂ ਵੱਲ ਸੁੱਟੇ ਨੇ, ਅਸੀਂ ਨਹੀਂ ਕੋਈ ਉੱਥੇ ਉਹ ਕਰਿਆ। ਬਿਲਕੁਲ ਚਲੋ ਠੀਕ ਹੈ, ਮੈਂ ਇੱਕ ਮਿੰਟ ਲੋ ਸਾਹਿਬ, ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕ ਰਹੇ ਹਾਂ, ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੋਣੇ। ਮੈਨੂੰ ਇੱਕ ਵਾਰ ਰਮਨ ਤੋਂ ਲੈ ਲੈਣਾ ਤਾਂ ਫਿਰ ਮੈਂ ਤੁਹਾਡੇ ਕੋਲ ਆ ਜਾਣਾ। ਰਮਨ, ਰੋਸ ਪ੍ਰਦਰਸ਼ਨ ਹਾਲੇ ਵੀ ਜਾਰੀ ਹੈ, ਪਰ ਜਿਹੜੀ ਇੱਕ ਗੱਲ ਵਾਰ-ਵਾਰ ਸਾਹਮਣੇ ਆ ਰਹੀ ਹੈ, ਬੀਜੇਪੀ ਦੇ ਬੁਲਾਰੇ ਸਾਰੇ ਲਗਭਗ ਇਹ ਕਹਿੰਦੇ ਨੇ ਕਿ ਮੌਜੂਦਾ ਇਹ ਜਿਹੜਾ ਬਿੱਲ ਹੈਗਾ ਜਿਸ ਨੂੰ ਐਕਟ ਬਣਾ ਦਿੱਤਾ ਗਿਆ, ਉਹ ਐਕਟ ਭਾਰਤ ਦੇ ਨਾਗਰਿਕਾਂ ਨੂੰ ਕਿਸੇ ਵੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਨਹੀਂ ਕਰਦਾ, ਉਸ ਦੇ ਬਾਵਜੂਦ ਭਾਰਤ ਦੇ ਨਾਗਰਿਕ ਕਿਉਂ ਸੜਕਾਂ ਤੇ ਨੇ? ਜੀ ਹਰਪ੍ਰੀਤ, ਇਹ ਗੱਲ ਦਾ ਜਵਾਬ ਵੀ ਅਸੀਂ ਪ੍ਰੋਫੈਸਰ ਮਨਜੀਤ ਸਿੰਘ ਜੀ ਤੋਂ ਲਵਾਂਗੇ ਸਾਡੇ ਨਾਲ ਨੇ। ਇਸ ਤੋਂ ਪਹਿਲਾਂ ਮੈਂ ਤੁਹਾਨੂੰ ਪ੍ਰਦਰਸ਼ਨ ਦਿਖਾ ਦਿਆਂ ਜੋ 17 ਪਹੁੰਚਿਆ, ਕਰਾਊਡ ਦਿਖਾਉਣਾ ਚਾਹੁੰਦਾ ਮੈਂ ਤੁਹਾਨੂੰ, ਆਪਣੇ ਕੈਮਰਾਮੈਨ ਨੂੰ ਕਹੋ ਕਰਾਊਡ ਜ਼ਰੂਰ ਦਿਖਾ ਦੇਣਾ। ਇਹ ਪੂਰਾ ਬਹੁਤ ਵੱਡਾ ਕਰਾਊਡ ਅੱਜ 17 ਦੇ ਵਿੱਚ ਇਕੱਠਾ ਹੋਇਆ, 14 ਯੂਨੀਵਰਸਿਟੀ ਤੋਂ ਪੰਜਾਬ ਯੂਨੀਵਰਸਿਟੀ ਚੱਲ ਕੇ ਇਹ ਕਰਾਊਡ ਹੈ। ਤੁਸੀਂ ਦੇਖ ਸਕਦੇ ਹੋ ਰੋਸ ਆ ਬਿੱਲ ਦੇ ਖਿਲਾਫ, ਕਾਨੂੰਨ ਦੇ ਖਿਲਾਫ। ਦੇਖ ਸਕਦੇ ਹੋ ਵੱਖ-ਵੱਖ ਬੁਲਾਰੇ ਸੰਬੋਧਨ ਕਰ ਰਹੇ ਨੇ, ਗੁੱਸਾ ਇਜ਼ਹਾਰ ਹੋ ਰਿਹਾ ਹੈ। ਢਿੱਲੋਂ ਸਾਹਿਬ, ਮੈਂ ਸਾਰੇ ਧਿਰਾਂ ਨੂੰ ਛੱਡ ਦੇਣਾ, ਜਿਹੜੇ ਮਹਿਮਾਨ ਬੈਠੇ ਨੇ ਉਹਨਾਂ ਨੂੰ ਵੀ ਛੱਡ ਦੇਣਾ, ਜਿਹੜੇ ਸਾਡੇ ਨਾਲ ਲਾਈਵ ਦੇ ਉਹਨਾਂ ਨੂੰ ਵੀ ਛੱਡ ਦੇਣਾ, ਪਰ ਤਸਵੀਰਾਂ ਜਿਹੜੀਆਂ ਮੁਲਕ ਦੀਆਂ ਸਾਡੇ ਸਾਹਮਣੇ ਆ ਰਹੀਆਂ ਨੇ ਉਹਨਾਂ ਨੂੰ ਤਾਂ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਮੈਂ ਕਹਿੰਦਾ ਕਿਸੇ ਵੀ ਧਿਰ ਦਾ ਕਸੂਰ ਹੋਵੇ, ਵਿਰੋਧੀ ਧਿਰਾਂ ਦਾ ਵੀ ਕਸੂਰ ਹੋਵੇ, ਪਰ ਸੰਜੀਦਗੀ ਤੁਹਾਨੂੰ ਦਿਖਾਣੀ ਚਾਹੀਦੀ ਕਿ ਨਹੀਂ ਦਿਖਾਣੀ ਚਾਹੀਦੀ? ਮੁਲਕ ਦੇ ਵਿੱਚ ਜੋ ਹੋ ਰਿਹਾ, ਜੋ ਅੱਗਾਂ ਲੱਗ ਰਹੀਆਂ ਨੇ, ਰੋਸ ਪ੍ਰਦਰਸ਼ਨ ਹੋ ਰਹੇ ਨੇ, ਉਹਨੂੰ ਲੈ ਕੇ ਥੋੜੀ ਸੰਜੀਦਗੀ ਤਾਂ ਆਪਾਂ ਨੂੰ ਦਿਖਾਣੀ ਪਏਗੀ। ਕੀ ਸੰਜੀਦਗੀ ਵਿਖਾਈਏ ਮੈਨੂੰ ਤੁਸੀਂ ਦੱਸੋ ਨਾ, ਤੁਸੀਂ ਦੱਸੋ ਕਿ ਜਿਹੜਾ ਬਿੱਲ ਬਣਾਇਆ ਗਿਆ, ਜਿਹੜਾ ਐਕਟ ਬਣ ਗਿਆ, ਜਿਹਨਾਂ ਲੋਕਾਂ ਲਈ ਬਣਾਇਆ ਗਿਆ, ਕੋਈ ਵੀ ਐਕਟ ਬਣਾਉਂਦੇ ਆ ਤੇ ਅਸੀਂ ਇਸ ਲਈ ਬਣਾਉਂਦੇ ਆ ਕਿ ਸਾਡੇ ਮੁਲਕ ਦੇ ਬਸ਼ਿੰਦਿਆਂ ਦੀ ਭਲਾਈ ਹੋਵੇ, ਸਾਡਾ ਮੁਲਕ ਤਰੱਕੀ ਕਰੇ, ਸਾਡੇ ਮੁਲਕ ਦੇ ਲੋਕ ਅੱਗੇ ਵਧਣ। ਪਰ ਉਹ ਐਕਟ ਜਦੋਂ ਸਾਡੇ ਲੋਕਾਂ ਤੇ ਹੀ ਪੁੱਠਾ ਪੈ ਰਿਹਾ, ਲੋਕਾਂ ਦੀ ਅਮਨ ਸ਼ਾਂਤੀ ਨੂੰ ਭੰਗ ਕਰ ਰਿਹਾ, ਮੁਲਕ ਦੀ ਏਕਤਾ ਅਖੰਡਤਾ ਨੂੰ ਭੰਗ ਕਰ ਰਿਹਾ, ਹਲੇ ਵੀ ਅਸੀਂ ਕਹਿ ਰਹੇ ਹਾਂ ਕਿ ਅਸੀਂ ਕੀ ਕਰੀਏ ਉਸ ਤੇ? ਬਿਲਕੁਲ ਇਹੋ ਜੀ ਕੁਝ ਨਹੀਂ ਹੈਗਾ। ਇਹ ਪ੍ਰੋਫੈਸਰ ਮਨਜੀਤ ਸਿੰਘ ਵਰਗੇ ਕੁਝ ਲੋਕ ਜਾ ਕੇ ਭੜਕਾਉਣ ਦਾ ਕੰਮ ਕਰਦੇ ਨੇ, ਅੱਗਾਂ ਲਾਉਣ ਦਾ ਕੰਮ ਕਰਦੇ ਨੇ। ਅੱਜ ਵੀ ਆਉਣ ਐਡੀ ਖਤਰਨਾਕ ਲੈਂਗੁਏਜ ਇਹਨਾਂ ਨੇ ਯੂਜ਼ ਕੀਤੀ ਹੈ, ਇੰਨਾ ਗੱਲ ਇਹੋ ਜੀ ਕਰ ਗਏ ਨੇ ਕਿ ਜਿਹੜੀ ਵਾਕਈ ਲੋਕਾਂ ਦੇ ਮਨਾਂ ਦੇ ਵਿੱਚ ਖਦਸ਼ੇ ਪੈਦਾ ਕਰਕੇ ਜਾਊਗੀ।
ਮੈਂ ਸਾਫ਼ ਤੌਰ ਤੇ ਕਹਿ ਰਿਹਾ ਕਿ ਹਿੰਦੁਸਤਾਨ ਦੇ ਵਸਿੰਦਿਆਂ ਨੂੰ ਇਸ ਬਿੱਲ ਦੇ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਹੈ। ਇੰਡੀਆ ਦਾ ਜਿਹੜਾ ਰੈਜ਼ੀਡੈਂਟ ਹੈਗਾ, ਜਿਹੜਾ ਇੰਡੀਅਨ ਹੈਗਾ, ਚਾਹੇ ਉਹ ਮੁਸਲਮਾਨ ਹੈ, ਚਾਹੇ ਸਿੱਖ ਹੈ, ਚਾਹੇ ਪਾਰਸੀ ਹੈ, ਚਾਹੇ ਈਸਾਈ ਹੈ, ਚਾਹੇ ਹਿੰਦੂ ਹੈ, ਉਹਦਾ ਇਸ ਬਿੱਲ ਦੇ ਨਾਲ ਕੋਈ ਤਲਕ ਹੀ ਨਹੀਂ। ਇਹ ਸਿਰਫ ਜਿਹੜੇ ਮਾਈਨੋਰਟੀਆਂ ਉਧਰੋਂ ਵਿਚਾਰੀਆਂ ਪ੍ਰਤਾੜਿਤ ਹੋ ਕੇ ਡੰਡੇ ਖਾ ਕੇ ਆਪਣੀਆਂ ਪੱਤਾਂ ਲੁਟਾ ਕੇ ਜਿਹੜੇ ਭੱਜ ਕੇ ਇੱਥੇ ਆਏ ਨੇ, ਸ਼ਰਨ ਦੇ ਵਿੱਚ ਆਏ ਨੇ, ਔਰ ਉਹਨਾਂ ਨੇ ਕਿਹਾ ਵੀ ਸਾਨੂੰ ਬਚਾ ਲਓ, ਸਾਡਾ ਪਾਕਿਸਤਾਨ ਵਾਲੇ, ਬੰਗਲਾਦੇਸ਼ ਵਾਲੇ ਸਾਡਾ ਬਹੁਤ ਬੁਰਾ ਹਾਲ ਕਰਦੇ ਨੇ, ਉਹਨਾਂ ਨੂੰ ਇੱਕ ਥੋੜੀ ਜਿਹੀ ਰਾਹਤ ਦੇਣ ਦੀ ਜਿਹੜੀ ਗੱਲ ਇਹ ਕਹਿ ਰਹੇ ਨੇ ਕਿ ਸ਼ੀਆ ਅਹਿਮਦੀਆ ਬੜੇ ਭਾਈਚਾਰੇ ਐਸੇ ਨੇ ਜਿਹੜੇ ਉੱਥੇ ਵੀ ਪ੍ਰਤਾੜਿਤ ਨੇ। ਮੈਂ ਕਲੀਅਰ ਕਰ ਦਿੰਦਾ, ਇੱਥੇ ਗੱਲ ਧਰਮ ਦੇ ਜਿਹੜੇ ਆਪਣੇ ਹਿੰਦੂ, ਸਿੱਖ, ਪਾਰਸੀ, ਜੈਨੀ, ਬੌਧ, ਈਸਾਈ, ਠੀਕ ਹੈ, ਇਹ ਆ ਗਏ 6। ਹੁਣ ਜਿਹੜਾ ਕਹਿ ਰਹੇ ਹੋ ਵੀ ਸ਼ੀਆ, ਸੁੰਨੀ, ਅਹਿਮਦੀਆ ਜਾਂ ਕੋਈ ਹੋਰ ਆਪਾਂ ਵਿੱਚ ਇਹ ਸਾਰੇ ਮੁਸਲਿਮ ਭਾਈਚਾਰੇ ਸਨ, ਮੁਸਲਿਮ ਧਰਮ ਦੇ ਸੈਟਮੈਂਟਸ ਨੇ, ਉਹਨਾਂ ਦੇ ਆਪਸੇ ਅੰਦਰ ਦੇ ਵਿੱਚ ਜਿਵੇਂ ਸੈਟਸ ਨੇ, ਉਹਨਾਂ ਦਾ ਅੱਲਾ ਇੱਕੋ ਹੀ ਹੈ, ਉਹ ਮੱਕਾ ਮਦੀਨਾ ਨੂੰ ਹੀ ਮੰਨਦੇ ਨੇ, ਉੱਥੇ ਹੀ ਜਾਂਦੇ ਨੇ, ਇਸ ਕਰਕੇ ਉਹਨਾਂ ਦੇ ਵਿੱਚ ਉਹਨਾਂ ਨਾਲ ਸਾਡੀ ਕੋਈ ਹਮਦਰਦੀ ਨਹੀਂ, ਉਹਨਾਂ ਨਾਲ ਕੋਈ ਹਮਦਰਦੀ ਨਹੀਂ ਹੈ। ਔਰ ਦੂਜੀ ਗੱਲ ਜੇ ਮੈਂ ਕਲੀਅਰ ਕਰਾਂ, ਇਹ ਜਿਹੜਾ ਕਹਿ ਰਹੇ ਸੀ ਵੀ ਅਸੀਂ ਆਪਣੇ ਵਾਲਿਆਂ ਨੂੰ ਨਹੀਂ ਸਾਂਭ ਸਕਦੇ, ਅਸੀਂ ਬਾਕੀਆਂ ਨੂੰ ਸੱਦਾ ਪੱਤਰ ਦੇਣ ਨਹੀਂ ਜਾ ਰਹੇ, ਇਹ ਮੈਂ ਕਲੀਅਰ ਕਰ ਦਿਆਂ, ਅਸੀਂ ਕਿਸੇ ਨੂੰ ਇਨਵਾਈਟ ਨਹੀਂ ਕੀਤਾ ਗਿਆ ਉਹ ਸਾਡੇ ਕੋਲੇ। ਪਰ ਜੇ ਅਸੀਂ ਫਲੱਡ ਗੇਟ ਖੋਲ ਰਹੇ ਹਾਂ, ਅਸੀਂ ਫਲੱਡ ਗੇਟ ਖੋਲ ਰਹੇ ਹਾਂ ਕਿ ਤੁਹਾਨੂੰ ਪਾਕਿਸਤਾਨ ਦੇ ਵਿੱਚ ਸ਼ਰਨ ਨਹੀਂ ਹੈ, ਤੁਹਾਨੂੰ ਪ੍ਰਤਾੜਿਤ ਕੀਤਾ ਜਾਂਦਾ, ਆਜੋ। ਪਰ ਜੇ ਮੇਰਾ ਘਰ 2 ਕਮਰਿਆਂ ਦਾ ਹੈ ਤੇ ਮੈਂ ਸੱਦਾ ਦੇ ਰਿਹਾ 10 ਬੰਦਿਆਂ ਨੂੰ, ਮੈਂ ਐਡਜਸਟ ਕਿੱਥੇ ਕਰਾਂਗਾ? ਕੋਈ ਸੱਦਾ ਨਹੀਂ। ਦਸੰਬਰ 2014 ਤੋਂ ਪਹਿਲਾਂ ਤੱਕ ਜਿਹੜੇ ਇੱਥੇ ਆ ਚੁੱਕੇ ਨੇ, ਉਹਨਾਂ ਨੂੰ ਇੱਕ ਜਿਹੜੇ ਉਹਨਾਂ ਦੇ ਹਾਲਾਤ ਅੱਜ ਨੇ, ਉਹਨੂੰ ਹਾਲਾਤਾਂ ਨੂੰ ਸੁਧਾਰਨ ਦੀ ਕੋਸ਼ਿਸ਼ ਹੈ। ਉਹ ਚਾਹੇ ਕਿਸੇ ਇਹਨਾਂ ਦੇ ਸਾਰਿਆਂ ਧਰਮਾਂ ਦੇ ਵਿੱਚੋਂ ਕੋਈ ਵੀ ਪ੍ਰਤਾੜਿਤ ਵਿਅਕਤੀ ਹੈ, ਉਹਨਾਂ ਦੇ ਹਾਲਾਤ ਸੁਧਾਰ ਕੇ ਉਹਨਾਂ ਨੂੰ ਇੱਕ ਚੰਗਾ ਜੀਵਨ, ਉੱਚਾ ਜੀਵਨ ਦੇਣ ਦੀ ਕੋਸ਼ਿਸ਼ ਹੈ। ਔਰ ਦੂਜੀ ਗੱਲ, ਉਸ ਤੋਂ ਬਾਅਦ ਇੱਕ ਪਹਿਲਾਂ ਜਿਹੜਾ ਕਾਨੂੰਨ ਮੈਂ ਪਹਿਲਾਂ ਦੱਸ ਚੁੱਕਾ ਕਿ ਇੰਡੀਅਨ ਮੁਸਲਿਮ ਨਾਲ ਤਾਂ ਇਹਦਾ ਕੋਈ ਲੈਣ ਦੇਣ ਹੀ ਨਹੀਂ ਹੈ। ਇੰਡੀਅਨ ਮੁਸਲਿਮ ਨੂੰ ਕੋਈ ਵੀ ਪਰੇਸ਼ਾਨੀ ਨਹੀਂ ਆਉਣ ਵਾਲੀ, ਨਾ ਹੀ ਕਿਸੇ ਹੋਰ ਧਰਮ ਦੇ ਲੋਕਾਂ ਨੂੰ। ਇੰਨੀ ਬੇਭਰੋਸਗੀ ਕਿਉਂ ਹੈ ਤੁਹਾਡੀ ਸਰਕਾਰ ਕੋਲ? ਕਮਾਲ ਹੋ ਗਈ ਹੈ, ਮੈਨੂੰ ਸਮਝ ਨਹੀਂ ਆਉਂਦਾ। ਬਸ ਸਮਝਾਓ ਨਾ, ਜੇ ਤੁਸੀਂ ਵਾਰ-ਵਾਰ ਕਹਿ ਰਹੇ ਹੋ, ਸਾਰੇ ਕਹਿ ਰਹੇ ਹੋ ਕਿ ਮੁਲਕ ਦੇ ਕਿਸੇ ਬਸ਼ਿੰਦੇ ਦਾ ਇਸ ਬਿੱਲ ਦੇ ਨਾਲ, ਇਸ ਐਕਟ ਨਾਲ ਕੋਈ ਲੈਣਾ ਦੇਣਾ ਬਿਲਕੁਲ ਨਹੀਂ ਹੈ। ਜਿਹੜੇ ਵਿਚਾਰੇ ਸ਼ਰਨਾਰਥੀ ਆਏ ਆ, ਉਹਨਾਂ ਨੂੰ ਸ਼ਰਨ ਦੇਣ ਦੀ ਗੱਲ ਹੋ ਰਹੀ ਹੈ। ਫਿਰ ਵੀ ਇੰਨੀ ਬੇਭਰੋਸਗੀ ਤੁਹਾਡੀ ਸਰਕਾਰ ਦੇ ਪ੍ਰਤੀ ਕਿਉਂ ਹੈ? ਕੋਈ ਬੇਭਰੋਸਗੀ ਨਹੀਂ ਹੈ ਹਰਪ੍ਰੀਤ ਜੀ, ਜਿਹੜੇ ਸ਼ਰਨਾਰਥੀ ਆਏ ਆ ਉਹਨਾਂ ਨੂੰ ਸ਼ਰਨ ਦੇਣ ਦੀ ਗੱਲ ਹੋਈ ਹੈ, ਨਾ ਕਿ ਇੰਡੀਆ ਦੇ ਕਿਸੇ ਵੀ ਵਿਅਕਤੀ ਨੂੰ ਇਹਦੇ ਨਾਲ ਕੋਈ। ਚਲੋ, ਅਕਾਲੀ ਦਲ ਦੇ ਬੁਲਾਰੇ ਗੁਰਿੰਦਰ ਸਿੰਘ ਬਾਲੀ ਸਾਹਿਬ ਵੀ ਜੁੜ ਗਏ ਨੇ, ਉਹਨਾਂ ਦਾ ਵੀ ਰਿਐਕਸ਼ਨ ਇੱਕ ਵਾਰ ਲੈ ਲਈਏ। ਬਾਲੀ ਸਾਹਿਬ, ਅਕਾਲੀ ਦਲ ਇਹਦਾ ਰੋਸ ਤਾਂ ਪ੍ਰਗਟਾਉਂਦਾ ਹੈ ਕਿ ਇਸ ਬਿੱਲ ਦੇ ਵਿੱਚ ਮੁਸਲਿਮ ਭਾਈਚਾਰੇ ਨੂੰ ਸ਼ਾਮਲ ਕਿਉਂ ਨਹੀਂ ਕੀਤਾ ਗਿਆ, ਪਰ ਨਾਲ ਹੀ ਤੁਸੀਂ ਵੋਟ ਵੀ ਪਾ ਦਿੰਦੇ ਹੋ। ਜਾਂ ਤਾਂ ਤੁਸੀਂ ਇੱਕ ਪਾਸੇ ਰਹੋ ਨਾ, ਤੁਸੀਂ ਦੋਵੇਂ ਪਾਸੇ ਹੋਣਾ ਚਾਹੁੰਦੇ ਹੋ, ਨਾ ਤੁਸੀਂ ਉਹਨਾਂ ਦੀ ਨਜ਼ਰ 'ਚ ਮਾੜਾ ਬਣਨਾ ਚਾਹੁੰਦੇ ਹੋ, ਨਾ ਤੁਸੀਂ ਆਪਣੀ ਦੋਸਤੀ ਛੱਡਣਾ ਚਾਹੁੰਦੇ ਹੋ। ਇੱਕ ਗੱਲ ਤਾਂ ਕਲੀਅਰ ਕਰਨੀ ਪਏਗੀ ਨਾ। ਦੇਖੋ, ਬਿਲਕੁਲ ਗੱਲ ਸਹੀ ਹੈ ਕਿ ਅਸੀਂ ਜਿਹੜੀ ਉਹ ਵੋਟ ਕੀਤੀ, ਅਸੀਂ ਉਹਨਾਂ ਦੇ ਸਮਰਥਨ ਦੇ ਵਿੱਚ ਵੋਟ ਪਾਈ ਹੈ। ਜੋ ਬਿੱਲ ਲਿਆਂਦਾ ਬਿਲਕੁਲ ਠੀਕ ਹੈ। ਅਸੀਂ ਕਦੋਂ ਕਹਿੰਦੇ ਆ ਕਿ ਮੁਸਲਮਾਨ ਜਿਹੜੇ ਨੇ ਉਹ ਹਿੰਦੁਸਤਾਨ ਦੇ ਨਾਗਰਿਕ ਨਹੀਂ ਹੈਗੇ? ਕਿੰਨੇ ਕਹੀਏ ਗੱਲ? ਫਿਰ ਤੁਸੀਂ ਵੋਟ ਨਾ ਪਾਉਂਦੇ ਨਾ, ਕਿਉਂ ਨਹੀਂ ਅਸੀਂ ਵੋਟ ਪਾਵਾਂਗੇ? ਅਸੀਂ ਬਿਲਕੁਲ ਸ਼ਾਮਲ ਨਹੀਂ ਕੀਤਾ, ਵੋਟ ਕਿਉਂ ਪਾਈ? ਨਹੀਂ ਸਰ, ਤੁਸੀਂ ਇੱਕ ਪਾਸੇ ਰਹੋ। ਨਹੀਂ, ਅਸੀਂ ਮੁਸਲਿਮ ਭਾਈਚਾਰੇ ਅਸੀਂ 100% ਵੋਟ ਚਾਹੁੰਦੇ ਹੋ ਕਿ ਇਸ ਐਕਟ ਦੇ ਵਿੱਚ ਮੁਸਲਿਮ ਭਾਈਚਾਰਾ ਸ਼ਾਮਲ ਹੋਵੇ। ਅਗਰ ਦੇਸ਼ ਦੇ ਪ੍ਰਧਾਨ ਮੰਤਰੀ ਇਹ ਗੱਲ ਕਰਨ, ਅਗਰ ਦੇਸ਼ ਦੇ ਹੋਮ ਮਿਨਿਸਟਰ ਇਹ ਗੱਲ ਕਰਨ, ਔਰ ਸਾਡੇ ਪਾਰਟੀ ਦੇ ਜਿਹੜੇ ਅਧਿਕਸ਼ ਨੇ ਅਗਰ ਉਹ ਇਹ ਗੱਲ ਕਰਨ ਕਿ ਇਹ ਜੀ ਕੋਈ ਗੱਲ ਨਹੀਂ ਹੈਗੀ, ਯਾਰ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਬਾਰ-ਬਾਰ ਇਸ ਗੱਲ ਨੂੰ ਕਰ ਰਹੇ ਨੇ, ਔਰ ਹੋਮ ਮਿਨਿਸਟਰ ਬਾਰ-ਬਾਰ ਇਸ ਗੱਲ ਨੂੰ ਕਰ ਰਹੇ ਨੇ, ਇੰਨੀ ਬਹੁਮਤ ਨਾਲ ਜਿੱਤ ਕੇ ਆਈ ਗਵਰਨਮੈਂਟ, ਇਹ ਸਿਰਫ ਗੱਲ ਫੈਲਾਈ ਗਈ ਹੈ। ਦੂਸਰੀਆਂ ਪਾਰਟੀਆਂ ਤੋਂ ਗੱਲ ਫਿਰ ਜਿੱਦਾਂ ਮੇਰੇ ਪ੍ਰੋਪੋਗੰਡਾ ਕੀਤਾ ਗਿਆ ਇਸ ਗੱਲ ਦਾ, ਕਿਉਂਕਿ ਜਿਹੜੀ ਗਵਰਨਮੈਂਟ ਹੈ 50 ਸਾਲ ਬਾਅਦ ਬਦਲ ਗਈ ਹੈ ਕਾਂਗਰਸ ਦੀ, ਇਸ ਕਰਕੇ ਉਹਨਾਂ ਦੀ ਸੋਚ ਹੈ ਕਿ ਇਹ ਕੋਈ ਵੀ ਚੰਗਾ ਕੰਮ ਕਰਨ ਉਹਦੇ 'ਚ ਦਖਲ ਅੰਦਾਜ਼ੀ ਦਿਓ। ਅੱਛਾ ਚਲੋ, ਸਰ ਫੈਕਟ ਦੱਸੋ ਨਾ, ਇਸ ਐਕਟ ਦੇ ਵਿੱਚ ਮੁਸਲਿਮ ਭਾਈਚਾਰੇ ਨੂੰ ਸ਼ਾਮਲ ਨਹੀਂ ਕੀਤਾ ਗਿਆ, ਇਸ ਤੇ ਅਕਾਲੀ ਦਲ ਦਾ ਕੀ ਕਹਿਣਾ? ਨਹੀਂ, ਅਸੀਂ ਤਾਂ ਇੰਨੀ ਗੱਲ ਕਰਨੇ ਕਿ ਕਰਨਾ ਚਾਹੀਦਾ ਸੀ, ਕੋਈ ਇਹੋ ਜਿਹੀ ਗੱਲ ਨਹੀਂ ਹੈਗੀ, ਕਰਨਾ ਚਾਹੀਦਾ। ਵੋਟ ਕਿਉਂ ਪਾਈ? ਨਹੀਂ ਸਰ, ਫਿਰ ਉਹੀ ਗੱਲ ਸਰ, ਅਸੀਂ ਉਹਨਾਂ ਦੇ ਅਲਾਇੰਸ ਆ, ਅਸੀਂ ਉਹਨਾਂ ਬਾਕੀ ਤੁਸੀਂ ਮੈਨੂੰ ਇੱਕ ਚੀਜ਼ ਦੱਸੋ, ਤੁਸੀਂ ਮੁਸਲਿਮ ਦੀ ਗੱਲ ਕਰਦੇ ਹੋ, ਬਾਰ-ਬਾਰ ਮੁਸਲਿਮ ਦੀ ਗੱਲ ਕਰਦੇ ਹੋ, ਵਾਈ ਨੋਟ ਤੁਸੀਂ ਹਿੰਦੂ ਦੀ ਗੱਲ ਨਹੀਂ ਕਰਦੇ, ਵਾਈ ਨੋਟ ਤੁਸੀਂ ਸਿੱਖ ਦੀ ਗੱਲ ਨਹੀਂ ਕਰਦੇ, ਤੁਸੀਂ ਸਾਰਿਆਂ ਦੀ ਗੱਲ ਕਰੋ। ਬਾਲੀ ਸਾਹਿਬ, ਅਸੀਂ ਇਹ ਕਹਿ ਰਹੇ ਹਾਂ ਕਿ 6 ਨੂੰ ਕੱਢ ਦਿਓ ਮੁਸਲਿਮ। ਨਹੀਂ ਨਹੀਂ, ਅਸੀਂ ਕਦੋਂ ਕੱਢਿਆ? ਨਹੀਂ, ਕਦੋਂ ਕੱਢੀਏ? ਬਿਲਕੁਲ ਸ਼ਾਮਿਲ ਨਹੀਂ ਹੋ। ਤੁਸੀਂ ਮੈਨੂੰ ਦੱਸੋ, ਜਿਸ ਮੁਸਲਮਾਨ ਭਰਾ ਦਾ ਇੱਥੇ ਜਿਹੜਾ ਉਹ ਇੰਡੀਅਨ ਸਿਟੀਜ਼ਨ ਹੈ ਜਾਂ ਜਨਮਾਂ ਤੋਂ ਇੱਥੇ ਰਹਿ ਰਹੇ ਨੇ, ਕਿਹੜੀ ਗਵਰਨਮੈਂਟ ਕਹਿ ਰਹੀ ਹੈ ਸਾਡੀ ਵੀ ਉਹਨੂੰ ਬਾਹਰ ਕੱਢ ਦਿਓ? ਚਲੋ, ਇਹ ਸਵਾਲ। ਹਾਂਜੀ,
बिल्कुल कोई गवर्नमेंट नहीं कह रही ठीक है, मैं है, बिल्कुल नहीं किया। प्रधानमंत्री ने बार-बार इस गल संघा साहब ਝੂਠਾ ਸੰਘਾ ਸਾਹਿਬ ਚਲੋ ਆਪਾਂ ਲੈ ਲਈਏ ਨਾ ਰਿਐਕਸ਼ਨ ਲੈ ਲਓ। ਸੀਪੀਆਈ ਸੀਪੀਐਮ ਇੱਕ ਮਿੰਟ ਇਹਨਾਂ ਦਾ ਝੂਠਾ ਅੱਛਾ ਪ੍ਰੋਪੋਗੈਂਡਾ ਚਲੋ ਢਿੱਲੋਂ ਸਾਹਿਬ ਦੇਸ਼ ਨੂੰ ਆ ਗਈ ਗੱਲ ਬਦਨਾਮ ਤੁਹਾਡੀ ਕਰਨ ਦੀ ਕੋਸ਼ਿਸ਼ ਹੈ। ਇੱਕ ਮਿੰਟ ਆ ਗਈ ਸੰਘਾ ਔਰ ਸਾਹਿਬ ਕੱਲ ਇਹਦੇ ਹੱਕ ਦੇ ਵਿੱਚ ਵੀ ਪ੍ਰਦਰਸ਼ਨ ਹੋਏ ਨੇ, ਕੋਈ ਜਿਹੜਾ ਸਵਾਲ ਜਿਹੜਾ ਸਵਾਲ ਇਹ ਕਹਿ ਰਿਹਾ ਯੂਨੀਵਰਸਿਟੀ ਦੇ ਵਿੱਚ ਗੱਲ ਕਰ ਰਹੀ ਨਾ ਤੁਸੀਂ, ਯੂਨੀਵਰਸਿਟੀ ਨਹੀਂ ਜਲੰਧਰ ਚ ਹੋਇਆ ਸਾਰਾ ਯੂਨੀਵਰਸਿਟੀ ਚ ਇਹਦੇ ਅੱਜ ਹੱਕ ਜਲੰਧਰ ਚ ਹੋਇਆ ਪਕਸ਼ ਦੇ ਵਿੱਚ ਪ੍ਰਦਰਸ਼ਨ ਹੋਏ ਅੱਜ ਜਲੰਧਰ ਚ ਬਹੁਤ ਵਧੀਆ ਡਿਸੀਜਨ ਹੈ। ਹਾਂਜੀ ਸੰਘਾ ਸਾਹਿਬ ਆਪਾਂ ਹੁਣ ਲੈ ਲਈਏ। ਸੰਘਾ ਸਾਹਿਬ ਜਿਹੜੀ ਗੱਲ, ਚਲੋ ਇਹ ਸਵਾਲ ਦਾ ਵੀ ਜਵਾਬ ਦੇ ਦਿਓ। ਜਿਹੜੇ ਦੋਨੋਂ ਬੁਲਾਰੇ ਕਹਿ ਰਹੇ ਨੇ ਕਿ ਜਦੋਂ ਇਸ ਮੁਲਕ ਦੇ ਵਿੱਚ ਰਹਿੰਦਾ ਕੋਈ ਵੀ ਭਾਈਚਾਰਾ, ਮੁਸਲਮ, ਹਿੰਦੂ, ਈਸਾਈ ਜਿਹੜਾ ਵੀ ਹੈ, ਉਸ ਨੂੰ ਇਹ ਐਕਟ ਪ੍ਰਭਾਵਿਤ ਨਹੀਂ ਕਰਦਾ, ਫਿਰ ਅਸੀਂ ਇਹ ਕਿਉਂ ਕਹਿ ਰਹੇ ਹਾਂ ਕਿ ਮੁਸਲਮ ਅਲੱਗ-ਥਲੱਗ ਹੋ ਜਾਣਗੇ, ਮੁਸਲਮ ਨੂੰ ਬਾਹਰ ਕੱਢ ਦਿੱਤਾ ਜਾਏਗਾ, ਇਹ ਹਿੰਦੂ ਵਾਦੀ ਅਸੀਂ ਮੁਲਕ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ? ਦੇਖੋ ਗੱਲ ਇਹ ਹੈ, ਜੇ ਪ੍ਰਭਾਵਿਤ ਹੀ ਨਹੀਂ ਕਰ ਰਿਹਾ ਤਾਂ ਫਿਰ ਇਹ ਸਿਆਪਾ ਛੇੜਨ ਦੀ ਕੀ ਲੋੜ ਸੀ? ਸਿਆਪਾ ਉਹਨਾਂ ਵਾਸਤੇ ਸਿਆਪਾ ਕਾਹਦਾ? ਜਿਹੜੇ ਟੈਰਰਿਸਟ ਆ ਰਹੇ ਮਰੇ ਆਏ ਨੇ, ਇਹਨਾਂ ਨੂੰ ਆਪ ਨੂੰ ਕਲੀਅਰ ਨਹੀਂ ਹੈਗਾ। ਕਿਉਂ ਨਹੀਂ ਕਲੀਅਰ? ਬਿਲਕੁਲ ਕਲੀਅਰ ਹੈ, ਜਿੱਥੇ ਬਿਲਕੁਲ ਕਲੀਅਰ ਹੈ, ਕਲੀਅਰ ਹੈ। ਕਲੀਅਰ ਇਹ ਗਲਤ ਨਾ ਬੋਲੋ, ਬਿਲਕੁਲ ਪੁਆਇੰਟ ਕਲੀਅਰ ਮੈਂ ਕੀਤਾ ਵੀ ਹੈ। ਇੱਕ ਮਿੰਟ ਢਿੱਲੋਂ ਸਾਹਿਬ ਮੈਨੂੰ ਇੱਕ ਮਿੰਟ ਰਿਕੁਐਸਟ ਹੈ, ਮੇਰੀ ਹੱਥ ਜੋੜ ਕੇ ਬੇਨਤੀ ਹੈ, ਇੱਕ ਵਾਰ ਇਹਨਾਂ ਨੂੰ ਪੂਰੀ ਗੱਲ ਕਰ ਲੈਣ, ਫਿਰ ਜਿੰਨਾ ਮਰਜ਼ੀ। ਬਾਲੀ ਜੀ ਹਾਂਜੀ, ਜਿਹੜਾ ਤੁਹਾਡੇ ਨੁਮਾਇੰਦੇ ਚੁਣ ਕੇ ਪਾਰਲੀਮੈਂਟ ਦੇ ਵਿੱਚ ਭੇਜੇ ਆ, ਉਹ ਤਾਂ ਉੱਥੇ ਸਮਰਥਨ ਕਰੇ। ਹੁਣ ਆ ਕੇ ਤੁਸੀਂ ਕਹੀ ਜਾਂਦੇ ਅਸੀਂ ਕਹਿੰਦੇ ਵੀ ਮੁਸਲਿਮ ਭਾਈਚਾਰਾ ਵਿੱਚ ਐਡ ਹੋਣ, ਉਦੋਂ ਬੋਲੇ ਨਹੀਂ ਸੀ, ਉਦੋਂ ਸਮਰਥਨ ਕੀਤਾ। ਅੱਜ ਨਹੀਂ, ਉਦੋਂ ਤੁਸੀਂ ਕਰੇ ਆਏ ਆ, ਬਾਹਰ ਆ ਕੇ ਤੁਸੀਂ ਕਹਿ ਰਹੇ ਅਸੀਂ ਵਿਰੋਧ ਕਰਦੇ ਆ। ਤੇ ਜੇ ਅੱਜ ਤੁਹਾਡੇ ਐਸਜੀਪੀਸੀ ਦੇ ਪ੍ਰਧਾਨ ਕਹਿ ਰਹੇ ਆ ਮੁਸਲਿਮ ਵੀ ਐਡ ਕਰਨੇ ਚਾਹੀਦੇ ਆ, ਜਦੋਂ ਬਿੱਲ ਆਇਆ ਸੀ ਉਦੋਂ ਵੀ ਤਾਂ ਇਹੀ ਸੀ ਨਾ, ਉਦੋਂ ਕਿਉਂ ਨਹੀਂ ਤੁਸੀਂ ਕਿਹਾਗਾ? ਉਦੋਂ ਤੁਸੀਂ ਕਿਉਂ ਐਡਮਿਟ ਕੀਤਾ? ਚਲੋ ਮੈਂ ਅੱਗੇ ਵਧਣ ਤੋਂ ਪਹਿਲਾਂ ਇੱਕ ਜਵਾਬ ਦੇ ਦੇਣਾ। ਅਕਾਲੀ ਦਲ ਦਾ ਤਰਕ ਇਹ ਹੈ ਕਿ ਅਫਗਾਨੀ ਸਿੱਖਾਂ ਦੀ ਲੜਾਈ ਅਸੀਂ ਲੰਬੇ ਸਮੇਂ ਤੋਂ ਲੜਦੇ ਆ ਰਹੇ ਹਾਂ, ਜਿਹੜੇ 40-40 ਸਾਲ ਤੋਂ ਭਾਰਤ ਦੇ ਵਿੱਚ ਰਹਿ ਰਹੇ ਨੇ। ਦਿੱਲੀ ਦੇ ਵਿੱਚ 10,000 ਤੋਂ ਵੱਧ ਅਫਗਾਨੀ ਸਿੱਖ ਰਹਿ ਰਹੇ ਨੇ, ਜਿਨ੍ਹਾਂ ਤੋਂ 30 ਸਾਲ ਤੋਂ ਨਾ ਡਰਾਈਵਿੰਗ ਲਾਇਸੈਂਸ ਹੈ, ਨਾ ਪਾਸਪੋਰਟ ਹੈ, ਨਾ ਉਹਨਾਂ ਦਾ ਕੋਈ ਆਈਡੀ ਕਾਰਡ ਹੈ। ਉਹਨਾਂ ਦੇ ਹੱਕਾਂ ਦੀ ਆਵਾਜ਼ ਇਹ ਚੁੱਕਦੇ ਰਹੇ ਨੇ। ਇਹ ਅਕਾਲੀ ਦਲ ਤਰਕ ਹੈ। ਇਹ ਵੀ ਤਰਕ ਹੈ ਸਰ। ਇੱਕ ਮਿੰਟ ਪਰ ਨਾਲ ਹੀ ਇੱਕ ਥੋੜੀ ਗੱਲ ਇਹ ਵੀ ਹੈ ਬਾਲੀ ਸਾਹਿਬ, ਜੇ ਤੁਸੀਂ ਉੱਥੇ ਇਹ ਕਹਿ ਦਿੰਦੇ ਕਿ ਅਸੀਂ ਬਿੱਲ ਦਾ ਸਮਰਥਨ ਕਰਦੇ ਹਾਂ, ਪੁਰਜ਼ੋਰ ਸਮਰਥਨ ਕਰਦੇ ਹਾਂ, ਪਰ ਅਮੈਂਡਮੈਂਟ ਇਹ ਹੋਣੀ ਚਾਹੀਦੀ ਕਿ ਇਸ ਵਿੱਚ ਮੁਸਲਮਾਨ ਭਾਈਚਾਰਾ ਸ਼ਾਮਲ ਕੀਤਾ ਜਾਵੇ, ਅਸੀਂ ਵੋਟ ਪਾਉਣ ਨੂੰ ਤਿਆਰ ਹਾਂ। ਦੇਖੋ ਜੀ, ਅੱਜ ਵੀ ਅਸੀਂ ਬਾਰ-ਬਾਰ ਇਹ ਗੱਲ ਕਹਿ ਰਹੇ ਹਾਂ, ਅਸੀਂ ਹੱਥ ਜੋੜ ਕੇ ਬੇਨਤੀ ਕਰ ਰਹੇ ਹਾਂ, ਬਾਰ-ਬਾਰ ਬੇਨਤੀ ਕਰ ਰਹੇ ਹਾਂ। ਅਕਾਲੀ ਦਲ ਵਾਲੋਂ ਵੀ ਬੇਨਤੀ ਕਰ ਰਹੇ ਹਾਂ, ਸਾਡੇ ਅਧਿਕਸ਼ ਮਹੋਦਯ ਨੇ ਵੀ ਬੇਨਤੀ ਕੀਤੀ ਇਸ ਚੀਜ਼ ਦੀ। ਸਾਡਾ ਕੋਈ ਵੈਰ ਵਿਰੋਧ ਨਹੀਂ ਇਸ ਚੀਜ਼ ਦੇ ਨਾਲ। ਅਸੀਂ ਇਹ ਕਹਿ ਰਹੇ, ਜਦ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਕਹਿ ਰਿਹਾ, ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ? ਇਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਪ੍ਰਧਾਨ ਮੰਤਰੀ ਕੀ ਕਹਿ ਰਹੇ ਨੇ, ਹੋਮ ਮਿਨਿਸਟਰ ਸਾਹਿਬ ਕੀ ਕਹਿ ਰਹੇ ਨੇ। ਉਹ ਕਹਿ ਰਹੇ ਨੇ ਕਿ ਅਸੀਂ ਸ਼ਾਮਲ ਕਰਾਂਗੇ ਮੁਸਲਮਾਨ। ਉਹਨਾਂ ਨੇ ਕਿਹਾ ਅਸੀਂ ਕੱਢਿਆ ਹੀ ਨਹੀਂ ਤੇ ਸ਼ਾਮਲ ਕਿੱਥੋਂ ਕਰਾਂਗੇ? ਕੁਐਸਚਨ ਤਾਂ ਆਉਂਦਾ ਕਿ ਜੇ ਮੁਸਲਮਾਨ ਭਾਈਚਾਰੇ ਨੂੰ ਕੱਢਿਆ ਹੋਵੇ, ਆਪਾਂ ਇੱਕ ਇਹੋ ਜਿਹੀਆਂ ਗਵਰਨਮੈਂਟਾਂ ਜਿਹੜੀਆਂ ਬੈਠੀਆਂ ਨੇ, ਜੇ ਕੋਈ ਚੰਗੇ ਕੰਮ ਕਰ ਦਿੰਦੀਆਂ, ਦੂਸਰੀ ਜਿਹੜੀਆਂ 56 ਸਾਲ ਜਿਹਨੇ ਜੇ ਉਹਨਾਂ ਨੂੰ ਕੱਢਿਆ ਕਿੰਨੇ ਕਹੀਏ ਗੱਲ? ਇੱਕ ਮਿੰਟ ਇਹ ਗੱਲ ਸਰ ਬਿਲਕੁਲ ਨਹੀਂ ਕਹੀ ਜਾਂਦੀ। ਮੁਸਲਿਮ ਭਾਈਚਾਰੇ ਦੇ ਨਾਲ ਆਏ, ਕੋਈ ਇਹੋ ਜਿਹੀ ਗੱਲ ਨਹੀਂ ਹੈ। ਹਾਂਜੀ, ਇੱਕ ਮਿੰਟ ਮੈਨੂੰ ਗਰਗ ਸਾਹਿਬ ਨੇ ਦੋ ਤਿੰਨ ਗੱਲਾਂ ਕਹਾਂਗਾ। ਇੱਕ ਤਾਂ ਠੀਕ ਹੈ, ਅਫਗਾਨੀ ਸਿੱਖਾਂ ਦੀ ਲੜਾਈ ਹੈ। ਜਿਹੜੇ ਗੁਜਰਾਤ ਸਿੱਖ ਬਸੇ ਹੋਏ ਸੀ, ਜਿਹੜੇ ਨਾਰਥ ਈਸਟ ਸਿੱਖ ਬਸੇ ਹੋਏ ਸੀ, ਇੱਥੋਂ ਦੇ ਸ਼ਹਿਰੀ ਸੀਗੇ, ਉਹ ਬਾਹਰਲੇ ਨਹੀਂ ਸੀਗੇ। ਉਹਨਾਂ ਨੂੰ ਤਾਂ ਉੱਥੇ ਗੁਜਰਾਤ 'ਚ ਮੋਦੀ ਸਾਹਿਬ ਦੀ ਸਰਕਾਰ ਹੀ ਰਹੀ ਹੈ ਗੁਜਰਾਤ 'ਚ, ਉਹਨਾਂ ਨੂੰ ਤਾਂ ਉੱਥੋਂ ਕੱਢਿਆ ਜਾ ਰਿਹਾ। ਇੰਨੇ 50 ਸਾਲ ਤੋਂ ਉਹ ਬਿੱਲ ਕਿਉਂ ਆਇਆ? 13 ਲੱਖ ਹਿੰਦੂ ਸੀਗਾ, ਕਿਉਂਕਿ ਕਮਿਊਨਲਾਈਜ਼ ਕਰਨਾ ਹੈ। 19 ਲੱਖ ਪਹਿਲਾਂ ਕੱਢਿਆ, ਪਹਿਲਾਂ ਤਾਂ ਰੌਲਾ ਪਿਆ ਰਿਹਾ ਨਾ ਵੀ ਇਹ ਮੁਸਲਮਾਨ ਹੀ ਨੇ, ਤੇ ਉਹ ਜਦ ਨਿਕਲਿਆ ਵੀ ਤਾਂ 13 ਲੱਖ ਤਾਂ ਹਿੰਦੂ ਨੇ। ਉੱਥੇ ਸਾਮੀ ਨੌਨ ਸਾਮੀ ਦਾ ਉਹ ਝਗੜਾ ਮਿਟਣਾ ਨਹੀਂ ਹੈ, ਜਿੰਨਾ ਮਰਜ਼ੀ ਕਹੀ ਜਾਣ, ਕਿਉਂਕਿ ਜ਼ਿਆਦਾ ਕਿਸੇ ਦੀ ਜ਼ਮੀਨ ਸਕੇ ਪੁਰਾਣੀ ਜ਼ਮੀਨ ਤਾਂ ਦੇਣ ਨੂੰ ਤਿਆਰ ਹੁੰਦੇ। ਇਹ ਇੱਕ ਪ੍ਰੋਬਲਮ ਹੈ। ਰਮਨ ਕੀ ਅਪਡੇਟ ਹੈ? ਬਿੱਲ ਨੂੰ ਲੈ ਕੇ ਇੱਕ ਤਰਕ ਦਿੱਤਾ ਜਾ ਰਿਹਾ, ਕੋਈ ਪ੍ਰਭਾਵਿਤ ਨਹੀਂ ਹੋਵੇਗਾ ਇਹ ਬਿੱਲ ਦੇ ਨਾਲ। ਜੋ 14 ਦੱਸੇ ਗਏ ਡਾਕੂਮੈਂਟ ਉਹ ਵੀ ਕਹਿ ਰਹੇ ਉਹਨਾਂ 'ਚ ਇੱਕ ਵੀ ਹੋਵੇ ਫਿਰ ਵੀ ਕੰਮ ਚੱਲ ਜਾਏਗਾ। ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿ ਅਸਾਮ ਦੇ ਵਿੱਚ ਕੀ ਹੋਇਆ? ਉੱਥੇ 10 ਸਾਲ ਲੋਕਾਂ ਨੇ ਸਫ਼ਰ ਕੀਤਾ, ਉਹਦੇ ਬਾਅਦ 18 ਲੱਖ ਬੰਦੇ ਜਿਹੜੇ ਨੇ ਉਹਨਾਂ ਦੀ ਨੈਸ਼ਨਲ ਰਜਿਸਟਰ ਦੇ ਵਿੱਚੋਂ ਬਾਹਰ ਰਹਿ ਗਏ। ਅੱਜ ਇਹ ਜਿਸ ਵੇਲੇ ਲੋਕਾਂ ਦਾ ਰੋਹ ਉੱਠ ਪਿਆ, ਉਹਨੂੰ ਠੰਡਾ ਕਰਨ ਦੇ ਵਾਸਤੇ ਝੂਠ ਬੋਲ ਰਹੇ ਨੇ। ਇਸ ਤੋਂ ਵੱਡੀ ਸ਼ਰਮ ਦੀ ਗੱਲ ਕੀ ਹੋ ਸਕਦੀ ਹੈ ਕਿ ਕਿਸੇ ਆਦਮੀ ਨੂੰ ਇਹ ਸਾਬਤ ਕਰਨਾ ਪਵੇ ਕਿ ਮੈਂ ਇਸ ਦੇਸ਼ ਦਾ ਨਾਗਰਿਕ ਹਾਂ? ਮੈਂ ਸਮਝਦਾ ਇਸ ਤੋਂ ਵੱਡੀ ਇਨਸਲਟ ਕਿਸੇ ਇਨਸਾਨ ਵਾਸਤੇ ਨਹੀਂ। ਇਹ ਸਵਾਲ ਕਿਸੇ ਇੱਕ ਕੌਮ ਦਾ ਨਹੀਂ, ਮੁਸਲਮਾਨ ਕੌਮ ਦਾ ਨਹੀਂ ਹੈ। ਕੱਲ ਨੂੰ ਮੈਨੂੰ ਵੀ ਕਿਹਾ ਜਾਵੇ, ਮੈਨੂੰ ਭਾਵੇਂ ਸਿੱਖਾਂ ਨੂੰ ਇਹਨਾਂ ਨੇ ਉਹਦੇ ਵਿੱਚ ਇਨਕਲੂਡ ਕੀਤਾ, ਲੇਕਿਨ ਇਹ ਇਨਕਲੂਡ ਕੀਤਾ ਕਿ ਜੇ ਮੈਂ ਬਾਹਰ ਰਹਿ ਗਿਆ ਤੇ ਮੈਨੂੰ ਨਾਗਰਿਕਤਾ ਦੇ ਦਿੱਤੀ ਜਾਏਗੀ। ਪਰ ਮੈਂ ਇਹ ਸਾਬਤ ਕਿਉਂ ਕਰਾਂ ਕਿ ਮੈਂ ਇਸ ਦੇਸ਼ ਦਾ ਨਾਗਰਿਕ ਹਾਂ? ਮੈਂ ਇਸ ਦੇਸ਼ ਦਾ ਨਾਗਰਿਕ ਸੀ, ਹਾਂ, ਸਦਾ ਰਵਾਂਗਾ, ਆਪਣੀ ਮੌਤ ਤੱਕ ਰਵਾਂਗਾ। ਕੋਈ ਮੇਰੇ ਕੋਲੋਂ ਮੇਰਾ ਹੱਕ ਨਹੀਂ ਖੋ ਸਕਦਾ। ਬਾਲੀ ਸਾਹਿਬ ਹੁਣ ਜਵਾਬ ਦਿਓ। ਇਸ ਗੱਲ ਦਾ ਜਵਾਬ ਹੈਗਾ ਕਿ ਜੇ ਚਲੋ ਮੈਂ ਤੁਹਾਡੀ ਗੱਲ ਕਰਦਾ, ਜੇ ਬਾਲੀ ਸਾਹਿਬ ਨੂੰ ਜਾ ਕੇ ਦੱਸਣਾ ਪਵੇ ਕਿ ਮੈਂ ਗੁਰਵਿੰਦਰ ਸਿੰਘ ਬਾਲੀ ਹਾਂ
ਔਰ ਮੈਂ ਪਿਛਲੇ ਕੁਝ ਸਾਲਾਂ ਤੋਂ ਚੰਡੀਗੜ੍ਹ ਜਾਂ ਪੰਜਾਬ ਦੇ ਕੁਝ ਕਿਹੜੇ ਹਿੱਸੇ 'ਚ ਰਹਿਣਾ, ਤੁਹਾਨੂੰ ਚੰਗਾ ਲੱਗੇਗਾ ਕਿ ਮਾੜਾ ਲੱਗੇਗਾ? ਨਹੀਂ, ਕੋਈ ਇਹੋ ਜਿਹੀ ਗੱਲ ਨਹੀਂ, ਦੱਸਣਾ ਪਏਗਾ। ਅੱਜ ਅਸੀਂ 에ਅਰਪੋਰਟਾਂ ਤੇ ਜਾਂਦੇ ਆ, ਸਭ ਜਗ੍ਹਾ ਤੇ ਜਾਂਦੇ ਆ, ਉੱਥੇ ਤੁਹਾਡੀ ਉੱਥੇ ਦੀ ਗੱਲ ਹੋਰ ਹੈ ਨਾ ਸਰ ਮੇਰੀ ਮੈਂ ਲਿਆ ਕਿਸੇ ਹੋਰ ਕੋਨੇ ਤੇ ਜਾਣਾ, ਤੁਸੀਂ ਗੱਲ ਵੀ ਸੁਣ ਲਓ ਨਾ ਸਰ, ਮੇਰੀ ਗੱਲ ਸੁਣੋ। ਗੱਲ ਇਹ ਹੈ ਵੀ ਤੁਹਾਨੂੰ ਇਹ ਦੱਸਣਾ ਪਏ, ਦੇਖਦਾ ਤੁਸੀਂ ਅਮਰੀਕਾ ਤੇ ਜਾ ਕੇ ਉੱਥੇ ਜਾ ਕੇ ਨਹੀਂ ਦੱਸ ਸਕਦੇ। ਤੁਸੀਂ ਅਮਰੀਕਾ 'ਚ ਜਾ ਕੇ ਤੇ ਤੁਹਾਨੂੰ ਇਮੀਡੀਏਟਲੀ ਨਹੀਂ ਗ੍ਰੀਨ ਕਾਰਡ ਦੇ ਦਿੰਦੇ, ਤੁਹਾਨੂੰ ਉੱਥੇ ਭਾਂਡੇ ਮਾਂਜਣੇ ਪੈਂਦੇ ਨੇ, ਤੁਹਾਨੂੰ ਘਸਾਣਾ ਪੈਂਦਾ। 20 ਸਾਲ ਬਾਅਦ ਤੁਹਾਨੂੰ ਮਿਲੇਗਾ ਕਿ ਨਹੀਂ ਮਿਲੇਗਾ? ਅੱਜ ਹਿੰਦੁਸਤਾਨ ਦਾ ਨਾਗਰਿਕ ਇਹ ਗੱਲ ਕਰ ਰਿਹਾ, ਹਿੰਦੁਸਤਾਨ ਦਾ ਨਾਗਰਿਕ ਬਹਿ ਕੇ ਇੱਥੇ ਇਹ ਗੱਲ ਕਰ ਰਿਹਾ ਟੀਵੀ ਦੇ ਉੱਤੇ ਕਿ ਅਸੀਂ ਹਿੰਦੁਸਤਾਨ ਦੇ ਨਾਗਰਿਕ ਆ, ਹਿੰਦੁਸਤਾਨ ਦਾ ਨਾਗਰਿਕ ਆ। ਉਹ ਬਈ ਸਾਡੇ ਕੋਲ ਆਇਡੈਂਟੀਫਿਕੇਸ਼ਨ ਅਗਰ ਹਿੰਦੁਸਤਾਨ ਮੰਗ ਰਿਹਾ, ਅਗਰ ਹਿੰਦੁਸਤਾਨ ਦੇ ਅੰਦਰ ਬਿੱਲ ਲੈ ਕੇ ਆਇਆ ਪ੍ਰਧਾਨ ਮੰਤਰੀ, ਇੱਕ ਨਵੀਂ ਸਰਕਾਰ ਨਵੀਂ ਸੋਚ ਲੈ ਕੇ ਆਈ, ਇਹ 'ਚ ਮਾੜਾ ਕੀ ਹੈ? ਤੁਸੀਂ ਮੈਨੂੰ ਇਹ ਤਾਂ ਦੱਸ ਦਿਓ। ਆਪਾਂ ਫੇਵਰ ਕਰਦੇ ਆ ਉਹਨਾਂ ਬੰਦਿਆਂ ਦੀ, ਅਗਰ ਘੁਸਪੈਠੀਏ, ਅਗਰ ਉਗਰਵਾਦੀ ਸਾਡੇ ਮੁਲਕ 'ਚ ਆ ਜਾਣ, ਕੀ ਸ਼ਰਨਾਰਥੀ ਦੇਸ਼ ਹੈ ਸਾਡਾ ਹਿੰਦੁਸਤਾਨ? ਤੁਸੀਂ 1-1 ਕਰੋੜ ਬੰਗਲਾਦੇਸ਼ ਤੋਂ ਸਾਡੇ ਇੱਥੇ ਲੋਕ ਆ ਜਾਣ, 1-1 ਕਰੋੜ ਜਿਹੜੇ ਨੇ ਬਾਹਰਲੇ ਦੇਸ਼ਾਂ ਤੋਂ ਇੱਥੇ ਆ ਜਾਣ, ਤੇ ਸਾਡੇ ਲੋਕਾਂ ਨੂੰ ਰੋਟੀ ਨਾ ਮਿਲੇ ਖਾਣ ਨੂੰ ਇੱਥੇ, ਫਿਰ ਅਸੀਂ ਕੀ ਹੈ? ਸਾਡਾ ਦੇਸ਼ ਜਿਹੜਾ ਹੈਗਾ ਉਹ ਗਰੀਬ ਹੈ, ਗਰੀਬ ਕਰ ਦਿੱਤਾ ਗਿਆ। ਗਰੀਬ ਇਹ ਪਾਲਿਸੀ ਹੈ ਇਦਾਂ ਦੀ ਕਿ ਇਹਨਾਂ ਨੂੰ ਗਰੀਬ ਇੱਥੋਂ ਕੱਢੋ। ਤੁਸੀਂ ਮੈਨੂੰ ਦੱਸੋ, ਪਾਕਿਸਤਾਨ ਦੇ ਵਿੱਚ ਮੈਂ ਲੈ ਕੇ ਜਾਣਾ ਗੱਲ ਉੱਤੇ, ਪਾਕਿਸਤਾਨ ਦੇ ਵਿੱਚ 24% ਸੀ ਪਹਿਲੇ, ਅੱਜ 2% ਹੈ। ਕਿਉਂ? ਵਾਈ ਨਾਟ? ਉੱਥੇ ਦੇ ਸਿੱਖਾਂ ਨੂੰ, ਉੱਥੇ ਦੇ ਹਿੰਦੂਆਂ ਨੂੰ ਕਿਉਂ ਨਹੀਂ ਦਿੱਤੀਆਂ ਗਈਆਂ ਫੈਸਿਲਿਟੀਆਂ? ਅੱਜ ਉਹ ਅੱਗ ਲਾ ਰਹੇ ਨੇ ਸਾਡੇ ਹਿੰਦੁਸਤਾਨ ਦੇ ਅੰਦਰ। ਇਸ ਐਕਟ ਦੇ ਵਿੱਚ ਜਿਹੜੇ ਲੋਕ ਸ਼ਾਮਲ ਨਹੀਂ ਹੋਣਗੇ ਉਹਨਾਂ ਤੇ ਕੀ ਕਰਾਂਗੇ? ਸਰ ਜਿਹੜੇ ਨਹੀਂ ਹੋਣਗੇ, ਗਵਰਨਮੈਂਟ ਉਹਨੂੰ ਕੋਸ਼ਿਸ਼ ਕਰੇਗੀ, ਮਗਰ ਮਜ਼ਹਬਿਜ਼ਮ ਦੀ ਲੜਾਈ ਕਰਨ ਦੀ ਕੋਸ਼ਿਸ਼ ਨਾ ਕਰੋ। ਇਹ ਵਜ੍ਹਾ ਗਵਰਨਮੈਂਟ ਦੀ ਕੋਈ ਮਨਸ਼ਾ ਨਹੀਂ। ਮਤਲਬ ਲੱਖਾਂ ਦੇ ਹਿਸਾਬ ਦੇ ਨਾਲ ਜਿਹੜੇ ਲੋਕ ਸਟੇਟਲੈਸ ਹੋ ਜਾਣਗੇ, ਜਿਹੜੇ ਇਹ ਸਾਬਤ ਨਹੀਂ ਕਰ ਪਾਣਗੇ ਕਿ ਅਸੀਂ ਇਸ ਮੁਲਕ ਦੇ ਨਾਗਰਿਕ ਹੈਗੇ ਆ, ਫਿਰ ਉਹਨਾਂ ਨੂੰ ਅਸੀਂ ਮੁਲਕ ਦੇ ਵਿੱਚੋਂ ਬਾਹਰ ਕੱਢ ਦਾਂਗੇ। ਤੁਸੀਂ ਇਹ ਦੱਸ ਦਿਓ ਸਰ। ਅਗਰ ਤੁਸੀਂ ਸਰਕਾਰ ਤੁਹਾਡੀ ਵੋਟ ਤੁਸੀਂ ਪਾ ਕੇ ਆਏ ਹੋ, ਕੁਝ ਮੇਰੇ ਰਹੇ ਹੋ ਸਰ, ਮੇਰੀ ਬੇਨਤੀ ਸੁਣੋ। ਵੋਟ ਤਾਂ ਤੁਹਾਡੀ ਪਾਰਟੀ ਪਾ ਕੇ ਆਈ ਹੈ, ਪਹਿਲੇ ਪਰਖਿਆ ਹੋਣਾ, ਸਭ ਕੁਝ ਸਮਝਿਆ ਹੋਣਾ, ਵੇਖਿਆ ਹੋਣਾ, ਉਸ ਤੋਂ ਬਾਅਦ ਵੋਟ ਪਾਈ ਹੈ। ਫੁੱਲ ਸਮਰਥਨ ਕਰਦੇ ਆ ਜੀ, ਸਾਡੀ ਪਾਰਟੀ ਨੇ ਵੀ ਸਮਰਥਨ ਕੀਤਾ। ਮੈਂ ਜਵਾਬ ਦੇਣਾ ਅਸੀਂ ਕਹਿ ਰਹੇ ਆ ਕਿ ਮੁਸਲਮਾਨਾਂ ਨਾਲ ਵੀ ਉਹਨਾਂ ਨੂੰ ਵੀ ਵਿੱਚ ਰੱਖਣਾ ਜੇ ਜਿਹੜੇ ਬਾਹਰੋਂ ਆਣ। ਇੱਥੇ ਦੇ ਇੰਡੀਅਨ ਮੁਸਲਮਾਨ ਤਾਂ ਸਾਡੇ ਭਰਾ ਨੇ, ਉਹਨਾਂ ਦੀਆਂ ਸ਼ਹੀਦੀਆਂ ਨੇ, ਉਹਨਾਂ ਦਾ ਹਿੰਦੁਸਤਾਨ ਦੇ ਵਿੱਚ ਯੋਗਦਾਨ ਹੈ ਬੜਾ ਵੱਡਾ। ਅਸੀਂ ਜਿਹੜਾ ਬਾਹਰੋਂ ਆਏਗਾ ਪਾਕਿਸਤਾਨ ਚੋਂ, ਇੱਕ ਸਰ ਮੈਂ ਅੱਜ ਇੰਨੀ ਗੱਲ ਹੀ ਕਹਿਣਾ, ਦੇਸ਼ ਦੇ ਪ੍ਰਧਾਨ ਮੰਤਰੀ ਨੇ ਵੀ ਇਹ ਗੱਲ ਕਹੀ ਹੈ, ਆ ਪਾਰਟੀਆਂ ਬੈਠੀਆਂ ਨੇ, ਇਹਨਾਂ ਨੇ ਇਹ ਚੀਜ਼ ਸੋਚੀ, ਇੱਕ ਕਹਿ ਦੇਣ ਐਲਾਨੀਏ ਕਿ ਜਿਹੜਾ ਪਾਕਿਸਤਾਨ ਤੋਂ ਬਾਹਰੋਂ ਆਏਗਾ ਉਸ ਨੂੰ ਨਾਗਰਿਕ ਦੇ ਦੇਵਾਂਗੇ, ਜਿਹੜਾ ਬਲੂਚਿਸਤਾਨ ਤੋਂ ਆਏਗਾ ਉਹਨੂੰ ਨਾਗਰਿਕ ਦੇ, ਜਿਹੜਾ ਬੰਗਲਾਦੇਸ਼ ਤੋਂ ਆਏਗਾ ਨਾਗਰਿਕ ਕਹੋ। ਕਹਿੰਦੇ ਕਿਉਂ ਨਹੀਂ ਇਹ ਗੱਲ ਕਿ ਜਿਹੜਾ ਪਾਕਿਸਤਾਨ ਤੋਂ ਆਏਗਾ ਉਹਨੂੰ ਨਾਗਰਿਕ ਦੇ ਦਾਂਗੇ ਸੀ? ਤਾਂ ਫਿਰ ਹਿੰਦੁਸਤਾਨ ਦੇ ਅੰਦਰ ਤਾਂ ਆਹੀ ਗੱਲ ਹੈ ਜੀ। ਚਲੋ ਹੋਰ ਕਿਹੜੀ ਗੱਲ ਹੈ ਜੀ? ਹਾਂਜੀ ਚਲੋ ਸਰ, ਮੈਂ ਜਿਹੜੀ ਬਾਲੀ ਜੀ ਨੂੰ ਤੁਸੀਂ ਸਵਾਲ ਪੁੱਛਿਆ ਉਹਦਾ ਮੈਂ ਜਵਾਬ ਦੇਣਾ। ਆਪਾਂ ਅੱਜ ਕਹਿ ਰਹੇ ਆ ਜੀ ਸਾਨੂੰ ਦੱਸਣਾ ਪਏਗਾ, ਜਾ ਕੇ ਸ਼ੋਅ ਕਰਨਾ। ਅੱਜ ਤੁਸੀਂ ਚੰਡੀਗੜ੍ਹ ਤੋਂ ਫਲਾਈਟ ਲੈ ਕੇ ਤੁਸੀਂ ਬੰਬੇ ਜਾਣਾ ਤੇ ਤੁਹਾਡੇ ਕੋਲ ਆਈ ਕਾਰਡ ਹੋਣਾ ਕੰਪਲਸਰੀ ਹੈ ਕਿ ਨਹੀਂ ਹੈ? ਕੰਪਲਸਰੀ ਹੈ। ਤੁਸੀਂ ਕਿਤੇ ਵੀ ਕੋਈ ਵੀ ਕੰਮ ਕਰਦੇ ਹੋ, ਤੁਹਾਡਾ ਆਈ ਕਾਰਡ ਜਿਹੜਾ ਹੈ ਉਹ ਤੁਹਾਡੇ ਵਾਸਤੇ ਇੱਕ ਕੰਪਲਸਰੀ ਹੈ। ਤੁਸੀਂ ਕਿਸੇ ਦੂਜੇ ਮੁਲਕ 'ਚ ਜਾਂਦੇ ਹੋ, ਸਿਟੀਜ਼ਨਸ਼ਿਪ ਅਪਲਾਈ ਕਰਦੇ ਹੋ, ਸਿਟੀਜ਼ਨਸ਼ਿਪ ਮਿਲਣ ਨੂੰ ਟਾਈਮ ਲੱਗਦਾ, ਉਹ ਤੁਹਾਡੀ ਵੈਰੀਫਿਕੇਸ਼ਨ ਪੂਰੀ ਪਿੱਛੋਂ ਤੱਕ ਹੁੰਦੀ ਹੈ। ਜੇ ਨਹੀਂ ਹੁੰਦੀ ਤਾਂ ਦੱਸੋ। ਅੱਜ ਸਾਡਾ ਅੱਧਿਓਂ ਜ਼ਿਆਦਾ ਪੰਜਾਬ ਜਿਹੜਾ ਕੈਨੇਡਾ 'ਚ ਬੈਠਾ, ਕੀ ਉਹ ਐਵੇਂ ਚਲਿਆ ਗਿਆ? ਕੀ ਉਹਨਾਂ ਨੂੰ ਉੱਥੇ ਸਿਟੀਜ਼ਨਸ਼ਿਪ ਨਹੀਂ ਲੈਣੀ ਪਈ, ਜਾਂ ਕੀ ਉਹਨਾਂ ਨੂੰ ਗ੍ਰੀਨ ਕਾਰਡ ਲੈਣ ਲਈ ਅਮਰੀਕਾ ਦੇ ਵਿੱਚ ਕਿੰਨੇ ਚਿਰ ਧੱਕੇ ਨਹੀਂ ਖਾਣੇ ਪਏ? ਅੱਜ ਬਹੁਤ ਜ਼ਿਆਦਾ ਅਸੀਂ, ਔਰ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਕਿ ਸਾਡੇ ਆ ਲੋਕ, ਸਾਡੇ ਜਿਹੜੇ ਇੰਨੇ ਚਿਰ ਤੋਂ ਅਫਗਾਨਿਸਤਾਨ ਦੇ ਤੜਫੇ ਦੇ ਹੋਏ ਵਿਚਾਰੇ ਲੋਕ ਸਿੱਖ ਨੇ, ਭਰਾ ਨੇ, ਅੱਜ ਜੇ ਉਹਨਾਂ ਨੂੰ ਸ਼ਰਨ ਦਿੱਤੀ ਜਾ ਰਹੀ ਤੇ ਆਪਣੇ ਸਾਡੇ ਸਿੱਖ ਭਰਾ ਹੀ ਖੜੇ ਹੋ ਗਏ ਉੱਠ ਕੇ ਉਹਨਾਂ ਦੇ ਖਿਲਾਫ। ਇਹ ਕੀ ਸ਼ਰਮ? ਉਹ ਹਿੰਦੂ ਮੰਦਿਰ ਉੱਥੇ ਕਿੰਨੇ ਤੋੜੇ ਗਏ ਨੇ। ਅੱਜ ਆਪਾਂ ਧਰਮ ਦੀ ਬਹਿਸ ਹੈਗੀ ਆ। ਮੰਦਿਰ ਤੋੜੇ ਗਏ ਨੇ ਉੱਥੇ ਅਫਗਾਨਿਸਤਾਨ ਦੇ ਵਿੱਚ, ਪਾਕਿਸਤਾਨ ਦੇ ਵਿੱਚ। ਢਿੱਲੋਂ ਸਾਹਿਬ ਆਪਣਾ ਕ੍ਰਿਸਚਨਾਂ ਦੇ ਨਾਲ ਬੁਰਾ ਵਿਹਾਰ ਕੀਤਾ ਗਿਆ। ਮੈਂ ਤੁਹਾਨੂੰ ਕਿਹਾ ਸੀ ਆਪਾਂ ਆਪਣਾ ਸਿੱਖ ਇਤਿਹਾਸ ਜ਼ਰੂਰ ਫਰੋਲ ਕੇ ਦੇਖ ਲਈਏ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਕਿਹਦੇ ਲਈ ਦਿੱਤੀ ਸੀ। ਮੈਂ ਉਹ ਕਹਿ ਰਿਹਾ, ਆਪਾਂ ਇਹ ਨਾ ਕਹੀਏ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਕੌਮ, ਆਪਣੇ ਫਿਰਕੇ ਲਈ ਸ਼ਹਾਦਤ ਨਹੀਂ ਦਿੱਤੀ, ਉਹਨਾਂ ਨੇ ਕਿਸੇ ਹੋਰ ਫਿਰਕੇ, ਕਿਸੇ ਹੋਰ ਮਜ਼ਹਬ ਜਿਹਦੇ ਤੇ ਉਹਨਾਂ ਦਾ ਅਕੀਦਾ ਵੀ ਨਹੀਂ ਸੀ, ਉਹਨਾਂ ਨੇ ਉਹਨਾਂ ਤੇ ਸ਼ਹਾਦਤ ਦਿੱਤੀ। ਤੇ ਅਸੀਂ ਇਹ ਕਹਿ ਰਹੇ ਹਾਂ ਕਿ ਅਸੀਂ ਸਿੱਖਾਂ ਨੂੰ ਸ਼ਾਮਲ ਕਰਤਾ ਤੇ ਸਿੱਖ ਰੋਲਾ ਜੀ ਨਹੀਂ, ਮੈਂ ਇਕੱਲੇ ਸਿੱਖਾਂ ਦੀ ਗੱਲ ਨਹੀਂ, ਮੈਂ ਮੈਨੂੰ ਕਲੀਅਰ ਕਰ ਲੈਣ ਦਿਓ। ਤੁਸੀਂ ਉਸ ਦਿਨ ਵੀ ਤੁਸੀਂ ਕਹਿ ਕੇ ਸਿੱਖ ਖਿਲਾਫ ਹੋ ਗਏ, ਮੇਰੀ ਗੱਲ ਸੁਣ ਲਓ, ਉੱਠ ਗਏ। ਮੈਂ ਕਹਿ ਰਿਹਾ ਉਧਰ ਵੀ ਤੁਸੀਂ ਅੱਧੀ ਗੱਲ ਕਰਕੇ ਮੈਨੂੰ ਚੁੱਪ ਕਰਾਤਾ ਸੀਗਾ, ਮੇਰੀ ਗੱਲ ਨਹੀਂ ਹੋਣ ਦਿੱਤੀ ਸੀਗੀ। ਮੇਰੀ ਗੱਲ ਨੂੰ ਪੂਰੇ ਧਿਆਨ ਨਾਲ ਸੁਣੋ। ਹਿੰਦੂ ਉੱਥੇ ਮਿਨੋਰਟੀ 'ਚ, ਉਹਦੇ ਮੰਦਿਰ ਟੁੱਟੇ, ਉਹ ਸਿੱਖ ਉੱਥੇ ਮਿਨੋਰਟੀ 'ਚ, ਉਹਦੇ ਨਾਲ ਧੱਕੇਸ਼ਾਹੀਆਂ ਪੂਰੀਆਂ ਹੋਈਆਂ, ਕੁੜੀਆਂ ਨਾਲ ਬਲਾਤਕਾਰ ਹੋਇਆ, ਸਭ ਕੁਝ ਹੋਇਆ, ਔਰ ਜਬਰਨ ਉਹਨਾਂ ਨੂੰ ਕਨਵਰਟ ਕਰਾਇਆ ਗਿਆ। ਕ੍ਰਿਸਚਨਾਂ ਨਾਲ ਹੋਇਆ, ਬੋਧੀਆਂ ਨਾਲ ਹੋਇਆ, ਪਾਰਸੀਆਂ ਨਾਲ ਹੋਇਆ। ਅੱਜ ਜੇ ਉਹਨਾਂ ਦੀ ਵਿਚਾਰੀ ਤਕਲੀਫ ਨੂੰ ਅਸੀਂ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਜਿਹੜੇ ਭੱਜ ਕੇ ਸਾਡੇ ਕੋਲ ਆਲਰੇਡੀ ਆ ਚੁੱਕੇ ਨੇ, ਅੱਜ ਕੋਈ ਨਵੀਂ ਇਨਵੀਟੇਸ਼ਨ ਨਹੀਂ ਦੇਣ ਜਾ ਰਹੇ, ਆ ਚੁੱਕੇ ਨੇ। ਜੇ ਉਹਨਾਂ ਨੂੰ ਮਰਮ ਲਾਉਣ ਦੀ ਕੋਈ ਗੱਲ ਹੁੰਦੀ ਹੈ ਤਾਂ ਇਹ ਕਿਹੜੇ ਬੁੱਧੀਜੀਵੀ ਨੇ? ਮੈਨੂੰ ਸਮਝ ਨਹੀਂ ਆਉਂਦੀ ਇਹਨਾਂ ਬੁੱਧੀਜੀਵੀਆਂ ਦੀ, ਜਿਹੜੇ ਖੜੇ ਹੋ ਕੇ ਕਹਿੰਦੇ ਨੇ ਕਿ ਨਹੀਂ ਉਹਨਾਂ ਨੂੰ ਕੋਈ ਅਧਿਕਾਰ ਨਹੀਂ ਦੇਣਾ। ਮੈਨੂੰ ਸ਼ਰਮ ਆਉਣੀ ਚਾਹੀਦੀ ਹੈ ਇਹੋ ਜਿਹੇ ਬੁੱਧੀਜੀਵੀ
ਮੇਰੇ ਕੋਲ ਸਮਾਂ ਘੱਟ ਹੈ। ਕਮਾਲ ਕਰਦੇ ਨੇ ਯਾਰ, ਇਹ ਗੱਲ ਕਰਨ ਦਾ ਪਤਾ ਨਹੀਂ। ਚਲੋ ਢਿੱਲੋਂ ਸਾਹਿਬ ਨੂੰ ਤਾਇਦ ਕਰਦੇ ਆ ਬਈ ਜਿਹੜੇ ਤਾਂ ਬਾਹਰੋਂ ਆ ਰਹੇ ਆ ਉਹਨਾਂ ਦੀਆਂ ਤਾਂ ਜਿਹੜੇ ਡਾਕੂਮੈਂਟਸ ਆ ਇੰਡੀਅਨ ਗਵਰਨਮੈਂਟ ਬਣਾਊਗੀ, ਤੇ ਜਿਹੜੇ ਤੁਹਾਡੇ ਰਹਿ ਰਹੇ ਆ ਐਨਆਰਸੀ ਦੇ ਅੰਡਰ ਜਿਹੜੇ ਇੱਥੇ ਰਹਿ ਰਹੇ ਆ ਉਹਨਾਂ ਦੇ ਚਾਰੋ ਡਾਕੂਮੈਂਟ ਆ ਜਿਹੜੇ ਉਹ ਆਪ ਪ੍ਰੋਵਾਈਡ ਕਰਨੇ। ਨਹੀਂ, ਕੀ ਤੁਹਾਡੇ ਡਾਕੂਮੈਂਟਸ ਨਹੀਂ ਬਣੇ? ਕੀ ਤੁਹਾਡਾ ਪਾਸਪੋਰਟ ਨਹੀਂ ਬਣਿਆ? ਕੀ ਤੁਹਾਡਾ ਆਧਾਰ ਕਾਰਡ ਨਹੀਂ ਬਣਿਆ? ਕੀ ਤੁਹਾਡਾ ਲਾਇਸੈਂਸ ਨਹੀਂ ਬਣਿਆ? ਤੁਹਾਡਾ ਕਿਹੜਾ ਡਾਕੂਮੈਂਟ ਨਹੀਂ ਬਣਿਆ ਮੈਨੂੰ ਦੱਸੋ? ਤੁਹਾਡਾ ਜਨਮ ਪ੍ਰਮਾਣ ਪੱਤਰ ਨਹੀਂ ਬਣਿਆ ਦੱਸੋ? 50 ਸਾਲ ਤੋਂ ਇੱਥੇ ਰਹਿ ਰਹੇ ਆ, ਜਨਮ ਪ੍ਰਮਾਣ ਪੱਤਰ ਲੈਣਾ ਜ਼ਰੂਰੀ ਹੈ ਕਿ ਨਹੀਂ ਹੈ? ਕੋਈ ਨਹੀਂ ਕੱਢ ਰਹੇ। ਅਰੇ ਕਮਾਲ ਕਰਦੇ ਹੋ ਬਾਲੀ ਸਾਹਿਬ ਪਹਿਲਾਂ ਤੁਸੀਂ ਆਪਦਾ ਅੱਜ ਸਟੈਂਡ ਕਰ ਲਓ। ਜੰਮਦੇ ਬੱਚੇ ਨੂੰ ਕੰਪਲਸਰੀ ਹੈ ਹਰ ਹਸਪੀਟਲ ਨੂੰ ਕਿ ਬੱਚਾ ਪੈਦਾ ਹੁੰਦਾ ਨਾਲ ਦੀ ਨਾਲ ਉਹਦੀ ਰਿਪੋਰਟ ਜਿਹੜੀ ਆ ਹੈਲਥ ਡਿਪਾਰਟਮੈਂਟ ਨੂੰ ਕੀਤੀ ਜਾਂਦੀ ਨਾਲ ਦੀ ਨਾਲ ਉਹ ਸਰਟੀਫਿਕੇਟ ਮਿਲਦਾ। ਚਲੋ ਹਾਂ ਮੇਰੇ ਕੋਲ ਸਮਾਂ ਕਮਾਲ ਕਰਦੇ ਹੋ ਤੁਸੀਂ, ਗੱਲ ਦਾ ਕਿੱਧਰ ਦੀ ਕਿੱਧਰ ਲੈ ਕੇ ਜਾਂਦੇ ਹੋ? ਕੀ ਢਿੱਲੋਂ ਸਾਹਿਬ ਕੀ ਕਰਨ? ਮੈਨੂੰ ਦੱਸੋ ਅੱਜ ਤੁਹਾਡਾ ਕਿਹੜਾ ਨਵਾਂ ਕੰਮ ਸ਼ੁਰੂ ਹੋਇਆ ਅੱਜ? ਸਮਾਂ ਘੱਟ ਹੈ ਮੇਰੇ ਕੋਲ। ਮੈਂ ਇੱਕ ਮਿੰਟ ਗਰਗ ਸਾਹਿਬ ਨੂੰ ਜਾਣਦਾ। ਸੁਣਨ ਦਾ ਮਾਦਾ ਨਹੀਂ ਹੈਗਾ। ਤੁਸੀਂ ਰੱਖੋ ਤਾਂ ਤਰਕ ਨਾਲ ਰੱਖੋ ਨਾ। ਸਟੇਟਾਂ ਦੇ ਵਿੱਚ ਬਹੁਤ ਸਾਰਿਆਂ ਕੋਲੇ ਡਾਕੂਮੈਂਟ ਨਹੀਂ ਹੈਗੇ। ਤੁਸੀਂ ਤਰਕ ਦਿਓ। ਬਾਲੀ ਸਾਹਿਬ ਤੁਸੀਂ ਆਪਦਾ ਸਟੈਂਡ ਕਲੀਅਰ ਕਰ ਲਓ। ਤੁਹਾਡਾ ਪ੍ਰਧਾਨ ਬਾਹਰ ਆ ਕੇ ਕਹੀ ਸਾਡਾ ਕਲੀਅਰ ਸਟੈਂਡ ਬਿਲਕੁਲ ਕਲੀਅਰ ਹੈ। ਐਸਜੀਪੀਸੀ ਦਾ ਪ੍ਰਧਾਨ ਕਹੀ ਸਟੈਂਡ ਕਲੀਅਰ ਹੈ ਸਾਡਾ। ਤੁਹਾਨੂੰ ਆਪਸ ਵਿੱਚ ਕਲੀਅਰ ਹੈ। ਜਿੱਦਾਂ ਨੂੰ ਚੁਣ ਕੇ ਭੇਜਿਆ ਸਾਡਾ ਕਲੀਅਰ ਹੈ ਬਿਲਕੁਲ। ਸੁਖਬੀਰ ਸਿੰਘ ਬਾਦਲ ਹੋਰਾਂ ਨੇ ਐਲਾਨੀਆ ਕਿਹਾ ਸੀ ਕਿ ਮੁਸਲਮਾਨਾਂ ਨੂੰ ਨਾਲ ਰੱਖਣਾ ਚਾਹੀਦਾ। ਚਲੋ ਹੁਣ ਮੇਰੇ ਕੋਲ ਸਮਾਂ ਘੱਟ ਹੈ। ਮਾਨਯੋਗ ਮੁੱਖ ਮੰਤਰੀ ਨੂੰ ਵੀ ਅਪੀਲ ਕਰਾਂਗੇ। ਹੋਰ ਕਲੀਅਰ ਕਰਦੇ ਮੈਂ ਇੱਕ ਮਿੰਟ। ਅੱਜ ਬੀਜੇਪੀ ਭਾਰਤ ਚਲਾਓ ਪਾਰਟੀ ਬਣ ਗਈ। ਉਹ ਤੁਹਾਡਾ ਕੀ ਹੈਗਾ? ਲਾਈਆਂ ਨੇ ਅੱਗਾ ਆਮ ਆਦਮੀ ਪਾਰਟੀ ਦਾ ਕੀ ਹੈਗਾ? ਪਾਰਟੀਆਂ ਲਾਈਆਂ ਤੁਹਾਡਾ ਕੋਈ ਸਟੈਂਡ ਨਹੀਂ ਹੈਗਾ ਗਿਆ ਗੱਲ ਹੋਣ ਵਾਸਤੇ। ਕੋਈ ਸਟੈਂਡ ਤਾਂ ਹੋਵੇ ਆਮ ਆਦਮੀ ਪਾਰਟੀ ਦਾ। ਪਰ ਇਦਾਂ ਬਾਲੀ ਸਾਹਿਬ ਤੁਸੀਂ ਆਪਦੀ ਪਾਰਟੀ ਦਾ ਵਿਦਨ ਪਾਰਟੀ ਸਾਡਾ ਸਟੈਂਡ ਮੇਰੇ ਕੋਲ ਸਮਾਂ ਘੱਟ ਹੈ। ਪਾਰਲੀਮੈਂਟ ਦੇ ਵਿੱਚ ਚਲੋ ਆ ਗਈ ਸਵਾਲ ਆ ਗਈ ਜੋ ਬਾਲੀ ਸਾਹਿਬ ਨੇ ਗੱਲ ਕਹੀ ਹੈ, ਜੋ ਬਾਲੀ ਸਾਹਿਬ ਨੇ ਗੱਲ ਕਹੀ ਹੈ ਉਹ ਬਿਲਕੁਲ ਉਹ ਹੈਗੀ ਹੈ। ਇਸ ਅਸੀਂ ਨਾਲ ਮੁਸਲਮਾਨਾਂ ਇੱਕ ਮਿੰਟ, ਇਸ ਕਾਨੂੰਨ ਦੇ ਵਿੱਚ ਪ੍ਰਾਵਧਾਨ ਹੈ। ਇਸ ਕਾਨੂੰਨ ਦੇ ਕੀ ਹਿੰਦੁਸਤਾਨ ਦੇ ਕਾਨੂੰਨ ਦੇ ਵਿੱਚ ਪ੍ਰਾਵਧਾਨ ਹੈ। ਇਹ ਅੱਜ ਅਦਨਾਨ ਸਾਮੀ ਨੂੰ ਦਿੱਤੀ ਕਿ ਨਹੀਂ ਦਿੱਤੀ ਉਹਦੀ ਸਿਟੀਜ਼ਨਸ਼ਿਪ? ਅਦਨਾਨ ਸਾਮੀ ਆਇਆ ਕਿ ਉਹ ਮੁਸਲਮਾਨ ਨਹੀਂ ਸੀ, ਕਿ ਉਹ ਪਾਕਿਸਤਾਨ ਤੋਂ ਨਹੀਂ ਸੀ ਆਇਆ। ਹੁਣ ਸਰਦਾਰ ਸਾਹਿਬ ਆਏ ਨੇ ਐਮਐਲਏ ਕੋਲ। ਫਿਰ ਤਾਰਿਕ ਫਤਿਹ ਮੁਹੰਮਦ ਉਹਨੇ ਆਣ ਕੇ ਸੈਲੀਬ੍ਰਿਟੀਜ਼ ਨੂੰ ਮਿਲੂਗੀ, ਆਮ ਬੰਦੇ ਮਰਨਗੇ। ਨਹੀਂ ਬਿਲਕੁਲ ਮੇਰੇ ਕੋਲ ਸਮਾਂ ਘੱਟ ਹੈ। ਬੰਦੇ ਮਰਨਗੇ। ਢਿੱਲੋਂ ਸਾਹਿਬ 50 ਮਿੰਟ ਹੋ ਗਏ ਆਲਰੇਡੀ। ਵੈਰੀਫਿਕੇਸ਼ਨ ਕਰਨੀ ਬਣਦੀ ਹੈ ਕਿ ਨਹੀਂ ਬਣਦੀ? ਠੀਕ ਹੈ, ਕੇਸ ਟੂ ਕੇਸ ਵੈਰੀਫਿਕੇਸ਼ਨ ਕਰਨੀ ਪੈਣੀ ਹੈ। ਫਿਰ ਤਾਂ ਆਪਾਂ ਨੂੰ ਐਕਟ ਲੈਣ ਦੀ ਲੋੜ ਹੀ ਨਹੀਂ ਕੱਲ ਨੂੰ ਆਪਣਾ ਜੇ ਕੇਸ ਟੂ ਕੇਸ ਹੀ ਦੇਖਣਾ ਹੈ ਫਿਰ ਐਕਟ ਲੈਣ ਦੀ ਲੋੜ ਹੀ ਨਹੀਂ ਤੁਸੀਂ ਜੇ ਸਕਰੀਨਿੰਗ ਕਰਨੀ ਫਿਲਟਰ ਕਰਨਾ ਲਿਆਉਣ ਦੀ ਲੋੜ ਕੀ ਸੀ? ਹਾਂ ਗਰਗ ਸਾਹਿਬ ਇੱਕ ਗੱਲ ਕਹਿਣੀ ਆ ਦੋ। ਮੈਂ ਮੁਸਲਮਾਨ ਦੀ ਗੱਲ ਕਰ ਗੱਲ ਰਿਹਾ। ਉਹੀ ਮੈਂ ਕਹਿ ਰਿਹਾ। ਗੱਲ ਕਰ ਰਹੇ ਆ ਮੁਸਲਮਾਨ ਦੀ ਗੱਲ ਕਰ ਰਹੇ ਹੋ। ਜਿਹੜੇ 19 ਲੱਖ ਬਈ ਆਪਾਂ ਚੱਲ ਕੇ ਸਮਝਾ ਛੇ ਫਿਰਕਿਆਂ ਨੂੰ ਛੱਡ ਕੇ ਉਹਨਾਂ ਦੇ ਹਾਲ ਤੇ ਛੱਡ ਕੇ ਸਿਰਫ ਇੱਕ ਗੱਲ ਤੇ ਅੜ ਕੇ ਚਲੋ ਇੱਕ ਮਿੰਟ ਆ ਗਿਆ। ਜਿਹੜੇ 19 ਲੱਖ ਬੰਦਿਆਂ 'ਚ ਆਇਡੈਂਟੀਫਿਕੇਸ਼ਨਾਂ ਹੋਈਆਂ ਨੇ, ਜਿਨ੍ਹਾਂ ਨੇ ਨੌਕਰੀਆਂ ਵੀ ਕਰੀਆਂ ਨੇ, ਜਿਹੜੇ ਚੁਣੇ ਵੀ ਗਏ ਨੇ, ਉਹ ਵੀ ਆਇਡੈਂਟੀ। ਕਿਉਂਕਿ ਇੱਕ ਇੱਥੇ ਕਹਿਣਾ ਬੜਾ ਸੌਖਾ ਹੈ। ਜਦ ਇੱਕ ਬਿਊਰੋਕ੍ਰੈਟਿਕ ਸਟਾਈਲ 'ਚ ਕੰਮ ਕਰਦਾ, ਮੈਂ ਸਰਕਾਰ ਸਾਰੀ ਉਮਰ ਕੰਮ ਕਰਿਆ, ਉੱਥੇ ਕੀ ਹੁੰਦਾ ਉਦੋਂ ਪਤਾ ਲੱਗਦਾ ਹੈ। ਤੁਸੀਂ ਕਿਸੇ ਬੰਦੇ ਨੂੰ ਕਹੋ ਵੀ ਨਾਗਰਿਕਤਾ ਪ੍ਰੂਵ ਕਰੋ। ਆ ਚੰਡੀਗੜ੍ਹ ਯੂਟੀ ਦੇ ਵਿੱਚ ਮੈਂ ਆਇਆ 87 ਦੇ ਵਿੱਚ, ਮੈਨੂੰ ਕਿਹਾ ਗਿਆ, ਮੈਂ ਕਿਹਾ ਜੀ ਬਰਥ ਸਰਟੀਫਿਕੇਟ ਤਾਂ ਸਾਨੂੰ ਮਿਲਿਆ ਹੀ ਨਹੀਂ ਸਾਡੀਆਂ ਬੱਚਿਆਂ ਦਾ। ਮੈਂ ਡਾਕਟਰ ਹਾਲਾਂਕਿ ਮੈਨੂੰ ਕਹਿੰਦੇ ਜੀ ਤੁਸੀਂ ਰਜਿਸਟਰ ਤੁਸੀਂ ਸਰਟੀਫਿਕੇਟ ਦਿਓ ਐਫੀਡੈਵਿਟ ਹੈ। ਉਹ ਮੈਨੂੰ ਡੇਟਾਂ ਯਾਦ ਸੀਗੀਆਂ, ਮੈਂ ਐਫੀਡੈਵਿਟ ਦਿੱਤਾ, ਦਾਖਲਾ ਹੋਇਆ। ਸਰਕਾਰੀ ਸਕੂਲ 'ਚ ਵੀ ਦਾਖਲਾ ਹੁੰਦਾ। ਸੋ ਜਿਆਦਾ ਸਾਡਾ ਜਿਹੜਾ ਅਸੀਂ ਸਿਸਟਮ ਨੂੰ ਨਾ ਉਹੀ ਕਹਿੰਦੇ ਇੰਟਰਨੈਟ ਤੇ ਹੁੰਦਾ ਹੈ। ਐਫੀਡੈਵਿਟ ਦੇਣਾ ਹੋਰ ਗੱਲ ਹੈ। ਐਫੀਡੈਵਿਟ ਦੇਣਾ ਹੋਰ ਗੱਲ ਹੈ। ਸੈਲਫ ਡੈਕਲੇਰੇਸ਼ਨ ਹੋਰ ਗੱਲ ਹੈ। ਚਲੋ ਹੁਣ ਮੇਰੇ ਕੋਲ ਸਮਾਂ ਘੱਟ ਹੈ। ਬਹੁਤ ਧੰਨਵਾਦ ਸਾਰਿਆਂ ਦਾ। ਬਹੁਤ ਧੰਨਵਾਦ। ਅੱਗੇ ਬਹੁਤ ਟਾਈਮ ਹੋ ਗਿਆ। ਇਹ ਡਿਬੇਟਾਂ ਐਵੇਂ ਚੱਲਦੀਆਂ ਰਹਿਣੀਆਂ ਨੇ ਕਿਉਂਕਿ ਮਸਲਾ ਮੈਨੂੰ ਲੱਗਦਾ ਕਿ ਜਲਦੀ ਹੱਲ ਹੋਣ ਵਾਲਾ ਨਹੀਂ ਹੈ। ਇਹ ਨਹੀਂ ਆਪਾਂ ਕਹਿੰਦੇ ਕਿ ਕਿਹੜੀ ਧਿਰ ਸਹੀ ਹੈ ਕਿਹੜੀ ਧਿਰ ਗਲਤ ਹੈ। ਇਹ ਲੋਕਾਂ ਦੇ ਸਾਹਮਣੇ ਸਾਰੀਆਂ ਚੀਜ਼ਾਂ ਹੈਗੀਆਂ ਨੇ। ਐਕਟ ਵੀ ਲੋਕਾਂ ਦੇ ਸਾਹਮਣੇ ਹੈਗਾ। ਪਰ ਇੱਕ ਵੱਡਾ ਸਵਾਲ ਜ਼ਰੂਰ ਖੜਾ ਹੁੰਦਾ ਕਿ ਜਦੋਂ ਪੂਰੇ ਮੁਲਕ ਦੇ ਵਿੱਚ ਕਿਸੇ ਖਾਸ ਐਕਟ ਦੇ ਪ੍ਰਤੀ ਵਿਰੋਧ ਹੋਵੇ, ਰੋਸ ਪ੍ਰਦਰਸ਼ਨ ਹੋ ਰਹੇ ਹੋਣ, ਤਾਂ ਸਭ ਤੋਂ ਵੱਡੀ ਜ਼ਿੰਮੇਵਾਰੀ ਸੱਤਾਧਾਰੀ ਧਿਰ ਦੀ ਹੁੰਦੀ ਹੈ ਕਿ ਉਹਨਾਂ ਧਿਰਾਂ ਨੂੰ ਸ਼ਾਂਤ ਕੀਤਾ ਜਾਵੇ। ਉਹਨਾਂ ਧਿਰਾਂ ਨੂੰ ਪੂਰੀ ਸ਼ਾਂਤੀ ਦੇ ਨਾਲ ਇਹ ਸਮਝਾਇਆ ਜਾਵੇ ਕਿ ਇਹ ਐਕਟ ਹੈ ਤੁਹਾਨੂੰ ਪ੍ਰਭਾਵਿਤ ਕਰੇਗਾ ਜਾਂ ਨਹੀਂ ਕਰੇਗਾ। ਸਿਰਫ ਆਪਣੇ ਤਰਕ ਦੱਸਣੇ ਹੀ ਜ਼ਰੂਰੀ ਨਹੀਂ ਹੁੰਦਾ, ਆਪਣੇ ਤਰਕ ਸਮਝਾਣੇ ਜ਼ਿਆਦਾ ਜ਼ਰੂਰੀ ਹੁੰਦੇ ਨੇ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਨਾਲ। ਧੰਨਵਾਦ।